अपने फ्लोर खरीद के भी पैसे लगा के भी ਤਾਂ ਵੀ ਕਿਰਾਏਦਾਰ ਹੋ ਉਸ ਅਕੋਰਡਿੰਗ ਗੱਲ ਕਰਾਂ ਅਗਰ ਮੈਂ ਜਿਮ ਸੈਟਅਪ ਕਰਨਾ ਹੈ 3300 ਸਕੁਅਰ ਫੁੱਟ ਇੱਕ ਬੜੀ ਵਧੀਆ ਸਪੇਸ ਹੈਗਾ ਜੋ 34 ਸੈਕਟਰ ਦੇ ਵਿੱਚ ਅਵੇਲੇਬਲ ਹੈ ਬਿਲਕੁਲ ਔਰ ਅਗਰ ਮੈਂ ਉਹਦਾ ਰੈਂਟ ਪੇ ਕਰਦਾ ਐਸਟੀਮੇਟਡ ਕਿੰਨਾ ਰੈਂਟ ਮੈਨੂੰ ਪੇ ਕਰਨਾ ਪਏਗਾ 3300 ਸਕੁਅਰ ਫੁੱਟ ਦਾ ਸਰ ਮਿਨੀਮਮ ਤੋਂ ਮਿਨੀਮਮ 270 275 ਵੈਸੇ ਤਾਂ 3 ਲੱਖ ਆਪਣੀ ਪ੍ਰਾਪਰਟੀ ਨੂੰ ਖਰੀਦਣ ਵਾਸਤੇ ਦੁਬਾਰਾ ਸਾਨੂੰ ਪੈਸੇ ਦੇਣੇ ਦੁਬਾਰਾ ਪੈਣਗੇ ਸਾਨੂੰ ਤੇਰਾ ਸਮਾਂ ਮੈਂ ਨਾ ਥੋੜੇ ਦਿਨ ਪਹਿਲੇ ਹੀ ਇੱਕ ਨਿਊਜ਼ ਪੜ੍ਹ ਰਿਹਾ ਸੀ ਜਿਹਦੇ ਵਿੱਚ ਲਿਖਿਆ ਗਿਆ ਸੀ ਕਿ 33 ਸੈਕਟਰ ਦੇ ਵਿੱਚ ਆਕਸ਼ਨ ਹੋਈ ਹੈ ਇੱਕ ਪਾਰਟਿਕੂਲਰ ਘਰ ਦੀ ਏਰੀਆ which was not claimed by anyone ਬਟ ਉਹਦੀ ਜਿਹੜਾ ਰਿਜ਼ਰਵ ਪ੍ਰਾਈਸ ਸੀ ਉਸ ਤੋਂ 3 ਗੁਣਾ ਜ਼ਿਆਦਾ ਉਹਦਾ ਪ੍ਰਾਈਸ ਨਿਕਲ ਗਿਆ So hello everyone, we are from Spideclicks and आज हम जा रहे हैं 34 सेक्टर चंडीगढ़ में मिस्टर कमल जी के साथ जो कि हैं हमारे साथ जीके एसोसिएट से एक प्रीमियर प्रॉपर्टी कंसल्टेंट जो आज आपको गाइड करने वाले हैं अबाउट द चॉइसेस ऑफ प्रॉपर्टी बी इट कमर्शियल और रेजिडेंशियल इन चंडीगढ़ रीजन. So मिस्टर कमल कुछ कहना चाहेंगे आप? ਹੈਲੋ एवरीवन ਯੈਸ ਡੈਫੀਨਿਟਲੀ ਯਾਰ ਮਤਲਬ ਹਰਪ੍ਰੀਤ ਥੈਂਕਸ ਤੁਸੀਂ ਮੈਨੂੰ ਪ੍ਰੀਮੀਅਮ ਕਿਹਾ ਤੇ ਡੈਫੀਨਿਟਲੀ ਯਾਰ ਚੰਡੀਗੜ੍ਹ ਦੀ ਪ੍ਰਾਪਰਟੀ ਬਾਰੇ ਗਾਈਡ ਕਰਨਾ ਚਾਹਾਂਗੇ ਕਿਉਂਕਿ ਇੰਡੀਆ ਵਿੱਚ ਨਾ ਹਰ ਪ੍ਰਾਪਰਟੀ ਸਟੇਟ ਵਾਈਜ਼ ਮਤਲਬ ਪ੍ਰਾਪਰਟੀ ਦੀ ਆਪਣੀ ਇੱਕ ਵੈਲਿਊ ਆ ਜਦੋਂ ਤੁਸੀਂ ਕੋਈ ਵੀ ਪ੍ਰਾਪਰਟੀ ਬਾਏ ਕਰਦੇ ਹੋ ਨਾ ਤਾਂ ਉਹਦੇ ਬਾਰੇ ਨੌਲੇਜ ਹੋਣੀ ਬੜੀ ਜ਼ਰੂਰੀ ਹੈ ਕਿ ਇਹ ਪ੍ਰਾਪਰਟੀ ਐਕਚੁਅਲ 'ਚ ਕਿਆ ਹੈ ਕਮਰਸ਼ੀਅਲ ਰੈਜ਼ੀਡੈਂਸ਼ੀਅਲ ਇਹ ਚੀਜ਼ਾਂ ਤਾਂ ਮਾਇਨੇ ਰੱਖਦੀਆਂ ਨੇ ਨਾਲ ਉੱਥੇ ਦੇ ਰੂਲਸ ਔਰ ਰੈਗੂਲੇਸ਼ਨ ਕੀ ਹੈ ਇਹ ਚੀਜ਼ ਬੜੀ ਇੰਪੋਰਟੈਂਟ ਹੈ ਸੋ ਕਿਸ ਟਾਈਪ ਦੇ ਰੂਲਸ ਐਂਡ ਰੈਗੂਲੇਸ਼ਨਸ ਅੱਜ ਆਪਾਂ ਡਿਸਕਸ ਕਰਨ ਵਾਲੇ ਆ ਆਪਾਂ ਚੰਡੀਗੜ੍ਹ ਦੇ ਰੂਲਸ ਔਰ ਰੈਗੂਲੇਸ਼ਨ ਵੈਸੇ ਚੰਡੀਗੜ੍ਹ ਹੀ ਓਵਰਆਲ ਬੜਾ ਡਿਫਰੈਂਟ ਸਿਟੀ ਆਲ ਓਵਰ ਵਰਲਡ ਪਪੂਲਰ ਹੈ ਲੇਕਿਨ ਇਹਨਾਂ ਦੀ ਪ੍ਰਾਪਰਟੀ ਵੀ ਬੜੇ ਡਿਫਰੈਂਟ ਰੂਲਸ ਨਾਲ ਹੈ ਬਟ ਬੜੀ ਹੀ ਵਧੀਆ ਪ੍ਰਾਪਰਟੀਜ਼ ਹੈ ਰੈਂਟਲ ਇਨਕਮ ਬਹੁਤ ਅੱਛੀ ਹੈ ਜਿਹੜੀ ਹਾਈਕ ਹੈਗੀ ਆ ਉਹ ਬਹੁਤ ਅੱਛੀ ਹੈ ਰਿਟਰਨ ਜਿਹੜੀ ਹੈ ਉਹ ਬਹੁਤ ਜਲਦੀ ਔਰ ਬਹੁਤ ਅੱਛੀ ਹੈ ਤਾਂ ਇਸ ਚੀਜ਼ਾਂ ਦੀ ਗੱਲਾਂ ਡਿਸਕਸ ਕਰਾਂਗੇ ਆਪਾਂ ਸੋ ਕੀ ਰੀਜ਼ਨ ਹੈ ਅਸੀਂ 34 ਸੈਕਟਰ ਹੀ ਚੁਣਿਆ ਅੱਜ ਆਪਣੀ ਪੂਰੀ ਡਿਸਕਸ਼ਨ ਦੇ ਵਾਸਤੇ 34 ਇਟਸ ਯੂ ਕੈਨ ਸੇ ਇਟਸ ਦਾ ਬਿਗੇਸਟ ਕਮਰਸ਼ੀਅਲ ਹਬ ਜਿੱਥੇ ਮੇਰੇ ਖਿਆਲ 'ਚ ਜੋ ਮੇਰੀ ਜਜਮੈਂਟ ਹੈ ਕਿ ਸਭ ਤੋਂ ਵੱਧ GST ਜਿਹੜਾ ਰੈਵਨਿਊ ਹੈ ਗਵਰਨਮੈਂਟ ਨੂੰ ਉਹ 34 ਤੋਂ ਕਲੈਕਟ ਹੁੰਦਾ ਹੈ ਸੋ ਮੈਂ ਸੁਣਿਆ ਇੱਥੇ ਕਾਫੀ ਸਾਰੇ ਐਜੂਕੇਸ਼ਨਲ ਇੰਸਟੀਟਿਊਟਸ ਵੀ ਹੈਗੇ ਹਨ ਜੋ ਰੈਂਟਲ ਪੇ ਕਰ ਰਹੇ ਹਨ ਐਂਡ ਦ ਰੈਂਟਲ ਇਜ਼ ਅਪਰੋਕਸੀਮੇਟਲੀ 2.5 to 3 lakhs per floor. Yes, absolutely right. It's minimum 2.5 and Harpreet ji availability nahi hai. This is the biggest concern I think in 34 sector Chandigarh. And if I talk about the property prices, एक floor अगर मैं लेना होगा किस price ਵਿੱਚ ਪੈਂਦਾ ਕਮਲ ਜੀ? ਸਰ ਇਹਦਾ ਜਿਹੜਾ ਪ੍ਰਾਈਸ ਹੈ ਪਰ ਫਲੋਰ ਦਾ ਅਰਾਊਂਡ ਯੂ ਕੈਨ ਸੇ 5 CR ਦੀ ਡਿਮਾਂਡ ਹੈ ਅਰਾਊਂਡ 470 480 ਦਾ ਤੁਹਾਨੂੰ ਮਿਲ ਜਾਏਗਾ ਸਰ So अगर ਆਪਾਂ ਗੱਲ ਕਰਦੇ ਹਾਂ 4 ਕਰੋੜ 70 ਲੱਖ which is a big amount for the commercial segment, do you think it is worth it spending or not? Definitely Harpreet ji. First of all, it's not the big amount because ਜਿਹੜੀ ROI ਹੈ ਰਿਟਰਨ ਹੈ ਉਹ ਬਹੁਤ ਅੱਛੀ ਹੈ ਫਾਈਨ ਸੋ ਕਮਲ ਜੀ ਹੁਣੇ ਆਪਾਂ ਗੱਲ ਕਰ ਰਹੇ ਸੀ ਕਿ ਜਿਹੜਾ ਇਹਨਾਂ ਆਪਾਂ ਪੈਸਾ ਲਗਾਉਣ ਵਾਲੇ ਆ 4.5 ਕਰੋੜ ਤੋਂ 5 ਕਰੋੜ ਐਸਟੀਮੇਟਡ ਫॉर ਅ ਸਪੈਸਿਫਿਕ ਫਲੋਰ ਇਜ਼ ਇਟ ਵਰਥ ਇਟ অর ਨਾਟ ਪਲੀਜ਼ ਮੈਨੂੰ ਇਹਦਾ ਆਨਸਰ ਦਿਓ ਇੱਕ ਵਾਰ ਹਰਪ੍ਰੀਤ ਜੀ ਇਹ ਤੋਂ ਪਹਿਲਾਂ ਨਾ ਨੋ ਡਾਊਟ ਇਹ ਤਾਂ ਵਰਥ ਹੈ ਹੀ ਗਿਆ ਪਰ ਇਸ ਤੋਂ ਪਹਿਲਾਂ ਜਾਨਣਾ ਜ਼ਰੂਰੀ ਹੈ ਕਿ ਚੰਡੀਗੜ੍ਹ ਦੀ ਪ੍ਰਾਪਰਟੀ ਦੇ ਰੂਲਸ ਔਰ ਰੈਗੂਲੇਸ਼ਨ ਕੀ ਹੈ ਤਾਂ ਬੜੇ ਡਿਫਰੈਂਟ ਹੈ ਐਕਚੁਅਲ ਚੰਡੀਗੜ੍ਹ ਵਿੱਚ ਜਿਹੜੀ ਪ੍ਰਾਪਰਟੀ ਹੈ ਨਾ ਜਦੋਂ ਸੇਲ ਹੋਣੀ ਸ਼ੁਰੂ ਹੋਈ ਸੀ ਸਟਾਰਟਿੰਗ ਤੋਂ ਹੀ ਤਾਂ ਸਾਰੀ ਲੀਜ਼ ਪ੍ਰਾਪਰਟੀ ਸੀ लीज ਹਾਂਜੀ लीज the word lease मतलब ਕਿਰਾਏ ਤੇ ਐਬਸੋਲੂਟ ਰਾਈਟ 100 ਇਅਰਸ ਲੀਜ਼ ਤੇ ਆਪਣੇ ਫਲੋਰ ਖਰੀਦ ਕੇ ਵੀ ਪੈਸੇ ਲਗਾ ਕੇ ਵੀ ਤਾਂ ਵੀ ਕਿਰਾਏਦਾਰ ਹੋ ਬਿਲਕੁਲ ਇਹੀ ਰੂਲ ਹੈ ਤਾਂ ਹੀ ਤਾਂ ਮੈਂ ਤੁਹਾਨੂੰ ਕਿਹਾ ਜਦੋਂ ਵੀ ਹਰਪ੍ਰੀਤ ਜੀ ਆਪਾਂ ਕਿਤੇ ਵੀ ਇਨਵੈਸਟ ਕਰਦੇ ਆ ਨਾ ਅਗਰ ਆਪਾਂ ਨੂੰ ਰੂਲਸ ਔਰ ਰੈਗੂਲੇਸ਼ਨ ਨਹੀਂ ਪਤਾ ਨਾ ਆਪਾਂ ਪ੍ਰਾਪਰਟੀ ਬਾਏ ਕਰ ਲਈ ਹੈ ਹੁਣ ਚੰਡੀਗੜ੍ਹ ਦੀ ਪ੍ਰਾਪਰਟੀ ਬਾਏ ਕਰੀ ਤੁਸੀਂ ਤਾਂ ਉਹ 100 ਇਅਰਸ ਲੀਜ਼ ਤੇ ਤੁਹਾਨੂੰ ਮਿਲੀ ਹੈ You are not the owner of that property. ਇਹ ਬੜੀ ਇੰਟਰਸਟਿੰਗ ਚੀਜ਼ you have to pay the rent. Yearly rent ਵੀ ਤੁਹਾਨੂੰ ਪੇ ਕਰਨਾ ਪਏਗਾ ਇਹ ਬੜੀ ਤੁਸੀਂ ਇੰਟਰਸਟਿੰਗ ਚੀਜ਼ ਦੱਸੀ ਹੈ ਕਿ ਮੈਨੂੰ ਰੈਂਟ ਵੀ ਪੇ ਕਰਨਾ ਪਏਗਾ ਤੇ ਮੈਂ ਖਰੀਦ ਕੇ ਵੀ ਕਿਰਾਏਦਾਰ ਹਾਂ ਤੇ ਮੈਂ ਕਿਉਂ ਸਪੈਂਡ ਕਰਾਂ ਮੇਰੀ ਪ੍ਰਾਪਰਟੀ ਦੇ ਉੱਤੇ ਡੈਫੀਨਿਟਲੀ ਸਪੈਂਡ ਕਰਨਾ ਚਾਹੀਦਾ ਹੈ ਆਓ ਚੱਲਦੇ ਆਪਾਂ ਗੱਲ ਕਰਦੇ ਹਾਂ ਐਕਚੁਅਲ ਚ ਕੀ ਹੈ ਨਾ ਚੰਡੀਗੜ੍ਹ ਦੇ ਵਿੱਚ ਜਿਵੇਂ ਰੈਜ਼ੀਡੈਂਸ਼ੀਅਲ ਐਂਡ ਕਮਰਸ਼ੀਅਲ ਪ੍ਰਾਪਰਟੀ ਹੈ ਤਾਂ ਅੱਜ ਦੀ ਡੇਟ ਚ ਅਗਰ ਤੁਸੀਂ ਦੇਖਿਆ ਹੋਵੇ ਤਾਂ ਸਭ ਤੋਂ ਮਹਿੰਗੀ ਪ੍ਰਾਪਰਟੀ ਜਿਹੜੀ ਹੈਗੀ ਚੰਡੀਗੜ੍ਹ ਦੇ ਵਿੱਚ ਹੈ ਅਗਰ ਬੈਨੀਫੀਸ਼ੀਅਲ ਹੋ ਰਿਹਾ ਸਭ ਨੂੰ ਬੈਨੀਫਿਟ ਹੋ ਰਿਹਾ ਤਾਂ ਵੀ ਅੱਜ ਦੀ ਜਿਹੜੀ ਸੇਲ ਹੈਗੀ ਹੈ
ਰੀਸੇਲ ਜਿਹੜੀ ਹੈਗੀ ਹੈ ਉਹ ਸਭ ਤੋਂ ਜ਼ਿਆਦਾ ਹੈਗੀ ਹੈ। ਦੂਸਰਾ, ਚੰਡੀਗੜ੍ਹ ਦੇ ਵਿੱਚ ਜਿਹੜੀ ਪ੍ਰਾਪਰਟੀ ਹੈ ਨਾ, ਜਿਵੇਂ ਰੈਜ਼ੀਡੈਂਸ਼ੀਅਲ ਪ੍ਰਾਪਰਟੀ ਹੈ, ਇਹ ਵੀ ਪਹਿਲਾਂ ਲੀਜ਼ ਪ੍ਰਾਪਰਟੀ ਸੀ, ਬਟ ਹੁਣ ਇਹ ਫ੍ਰੀ ਹੋਲਡ ਹੋਣ ਲੱਗ ਗਈ ਹੈ। ਐਕਚੁਅਲ ਕੀ ਹੈ ਕਿ ਕਿਸੇ ਟਾਈਮ ਇੱਕ ਰੂਲ ਪਾਸ ਹੋਇਆ ਸੀਗਾ ਤੇ ਉਹਨਾਂ ਨੇ ਕਿਹਾ ਸੀਗਾ ਕਿ ਤੁਸੀਂ ਕੁਝ ਫੀਸ ਪੇ ਕਰਕੇ ਇਸ ਨੂੰ ਤੁਸੀਂ ਫ੍ਰੀ ਹੋਲਡ ਵਿੱਚ ਕਨਵਰਟ ਕਰ ਸਕਦੇ ਹੋ। ਫੀਸ, ਹਾਂ, ਫੀਸ। ਜਦੋਂ ਇੱਕ ਬੰਦਾ ਆਲਰੇਡੀ ਕਿਰਾਇਆ ਪੇ ਕਰ ਰਿਹਾ ਹੈ ਲੀਜ਼ ਦਾ ਹਰ ਸਾਲ, ਤੁਸੀਂ ਕਹਿੰਦੇ ਹੋ ਪੇ ਕਰ ਰਿਹਾ ਹੈ, ਬਿਲਕੁਲ। ਫਿਰ ਕਿਸ ਟਾਈਪ ਦੀ ਫੀਸ ਸਾਨੂੰ ਪੇ ਕਰਨੀ ਪਏਗੀ? ਮਤਲਬ ਉਹੀ ਕਿਰਾਏ ਤੋਂ ਬਚਣ ਲਈ, ਦੈਟ ਇਜ਼ ਦਾ ਲੀਜ਼ ਪ੍ਰਾਪਰਟੀ। ਜਿਵੇਂ ਕੋਈ ਬ੍ਰਾਂਡ ਆਇਆ, ਉਹ ਕਹਿੰਦਾ 3 ਇਅਰਸ ਦੀ ਲੀਜ਼ ਮੇਰੇ ਲਈ ਮੈਂ ਇਹ ਰੱਖਾਂਗਾ, 3 ਸਾਲ ਆਪਾਂ ਉਹਨੂੰ ਕੱਢ ਨਹੀਂ ਸਕਦੇ ਹੈਗੇ, ਫਾਈਨ। ਆਪਣੀ ਪ੍ਰਾਪਰਟੀ ਨੂੰ ਖਰੀਦਣ ਵਾਸਤੇ ਦੁਬਾਰਾ ਸਾਨੂੰ ਪੈਸੇ ਦੇਣੇ ਦੁਬਾਰਾ ਪੈਣਗੇ? ਸਾਨੂੰ ਦੇਰਾ ਸਮ ਅਮਾਉਂਟ, ਉਹ ਬੜੀ ਇੱਕ ਨੋਮੀਨਲ ਅਮਾਉਂਟ ਸੀਗੀ, ਤੇ ਕਈ ਲੋਕਾਂ ਨੇ ਅਰਾਊਂਡ, ਜਿਹੜੇ ਸਮਝਦਾਰ ਲੋਕ ਸੀ, ਜਰਾ ਜਲਦੀ ਉਹਨਾਂ ਨੇ ਫੀਸ ਭਰ ਕੇ ਇਹਨੂੰ ਫ੍ਰੀ ਹੋਲਡ ਕਰ ਲਿਆ। ਅੱਜ ਚੰਡੀਗੜ੍ਹ ਦੀ ਰੈਜ਼ੀਡੈਂਸ਼ੀਅਲ ਪ੍ਰਾਪਰਟੀ, ਸੌਰੀ ਮੈਂ ਥੋੜੀ ਗੱਲ ਕਰ ਰਿਹਾ, ਚੰਡੀਗੜ੍ਹ ਦੀ ਜਿਹੜੀ ਰੈਜ਼ੀਡੈਂਸ਼ੀਅਲ ਪ੍ਰਾਪਰਟੀ ਹੈ 70 ਤੋਂ 75% ਫ੍ਰੀ ਹੋਲਡ ਹੋ ਚੁੱਕੀ ਹੈ। ਅਗਰ ਮੈਂ ਗੱਲ ਕਰਾਂ ਚੰਡੀਗੜ੍ਹ ਦੀ ਕਮਰਸ਼ੀਅਲ ਪ੍ਰਾਪਰਟੀ ਦੀ, ਦੈਟ ਮੀਨਸ ਟੁਡੇ ਆਲਸੋ ਅਸੀਂ ਕਿਰਾਏਦਾਰ ਹੀ ਹਾਂ। ਚੰਡੀਗੜ੍ਹ ਦੀ ਸਾਰੀ ਦੀ ਸਾਰੀ ਕਮਰਸ਼ੀਅਲ ਪ੍ਰਾਪਰਟੀ ਲੀਜ਼ ਹੋਲਡ ਹੀ ਹੈ ਤੇ 100 ਇਅਰਸ ਲਈ ਹੈ, ਬਟ ਅੱਜ ਵੀ ਇਸ ਦਾ ਜਿਹੜਾ ਵਰਥ ਹੈ ਹੋਰਾਂ ਨਾਲੋਂ ਬਹੁਤ ਵਧੀਆ ਹੈ, ਰਿਟਰਨ ਬਹੁਤ ਵਧੀਆ ਹੈ, ਵੈਲਿਊ ਬਹੁਤ ਵਧੀਆ ਹੈ ਤੇ ਡੇ ਬਾਏ ਡੇ ਵੱਧ ਰਹੀ ਹੈ। ਤਾਂ ਮੈਂ ਜਿਵੇਂ ਦੇਖ ਰਿਹਾ ਸੀ, ਇਹ ਸਾਰੇ ਜਿਹੜੇ ਬੋਰਡ ਲੱਗੇ ਹੋਏ ਹੈ 34 ਦੇ ਵਿੱਚ, ਤੁਹਾਡੇ ਇੰਸਟੀਚਿਊਟਸ ਹੈਗੇ ਹੈ, ਇਹ ਕੋਈ ਡਿਜੀਟਲ ਮਾਰਕੀਟਿੰਗ ਵਾਲੇ ਹੈਗੇ ਹੈ, ਇਹ ਤੁਹਾਡੇ ਕੋਈ ਇੱਕ ਇਮੀਗ੍ਰੇਸ਼ਨ ਕੰਪਨੀ ਹੈ, ਦਿਸ ਇਜ਼ ਅ ਟੈਕਨੀਕਲ ਕੰਪਨੀ, ਦਿਸ ਇਜ਼ ਐਨ IT ਕੰਪਨੀ। ਡੂ ਯੂ ਥਿੰਕ ਮੈਨੂੰ ਇਨ ਚੀਜ਼ਾਂ ਦੇ ਉੱਤੇ ਸਪੈਂਡ ਕਰਨਾ ਚਾਹੀਦਾ, ਮੈਨੂੰ ਇੱਕ ਫਲੋਰ ਲੈਣਾ ਚਾਹੀਦਾ ਹੈ? ਡੈਫੀਨਿਟਲੀ ਸਰ, ਡੈਫੀਨਿਟਲੀ। ਫਲੋਰ ਲੈਣ ਤੋਂ ਪਹਿਲਾਂ ਤੁਹਾਨੂੰ ਇਹ ਦੇਖਣਾ ਪਏਗਾ ਕਿ ਉਹ ਖਾਲੀ ਹੈ ਵੀ ਗਏ ਨਹੀਂ, ਅਵੇਲੇਬਿਲਿਟੀ ਨਹੀਂ ਹੈ ਸਰ। ਅਗਰ ਅਵੇਲੇਬਿਲਿਟੀ ਨਹੀਂ ਹੈ ਤਾਂ ਲੋਕੀ ਕਿਵੇਂ ਬਾਏ ਕਰ ਰਹੇ, ਕਿਵੇਂ ਸੇਲ ਕਰ ਰਹੇ, ਕਿਵੇਂ ਟੈਨੈਂਟਸ ਆ ਰਹੇ ਹੈ ਬੇਸਿਕਲੀ? ਸਰ ਜਿਹੜਾ ਬਾਏ ਹੈ ਉਹ ਤਾਂ ਇਹ ਹੈ ਕਿ ਇੱਕ ਦੁੱਕਾ ਕਈ ਵਾਰ ਫਲੋਰ ਆ ਜਾਂਦਾ ਹੈ, ਕਿਸੇ ਨੂੰ ਪੈਸੇ ਦੀ ਜ਼ਰੂਰਤ ਹੁੰਦੀ ਹੈ, ਇਨਵੈਸਟਮੈਂਟ ਵੱਡੀ ਕਰਨੀ ਹੁੰਦੀ ਹੈ, ਤਾਂ ਆ ਜਾਂਦਾ ਹੈ ਤੇ ਵਿਕ ਜਾਂਦਾ ਹੈ। ਅਦਰਵਾਈਜ਼ ਤਾਂ ਇਹ ਹੈ ਕਿ ਰੈਂਟ ਤੇ ਮਿਲ ਜਾਏਗਾ, ਰੈਂਟ ਤੇ ਥੋੜਾ ਈਜ਼ੀ ਹੈ, ਲੇਕਿਨ ਸੇਲ ਤੇ ਮੇਰੇ ਖਿਆਲ 34 ਦੇ ਵਿੱਚ ਅੱਜ ਦੀ ਰੇਟ 'ਚ ਕੋਈ ਪ੍ਰਾਪਰਟੀ ਹੈ ਨਹੀਂ ਹੈ। ਇਫ ਯੂ ਵਾਂਟ ਟੂ ਬਾਏ ਦਾ ਪ੍ਰਾਪਰਟੀ ਤਾਂ ਐਟਲੀਸਟ ਦੱਸਣਾ ਪਏਗਾ, ਵੇਟ ਕਰਨੀ ਪਏਗੀ, ਤੇ ਅਗਰ ਕੋਈ ਆਈ ਤਾਂ ਡੈਫੀਨਿਟਲੀ ਤੁਹਾਨੂੰ ਦੱਸਾਂਗੇ। ਸੋ ਅਗਰ ਮੈਂ ਗੱਲ ਕਰਾਂ ਪ੍ਰਾਪਰਟੀ ਹੈ ਹੀ ਨਹੀਂ, ਜਿਵੇਂ ਕਿ ਤੁਸੀਂ ਕਿਹਾ ਕਿ ਪ੍ਰਾਪਰਟੀ ਹੈ ਹੀ ਨਹੀਂ ਵਿਕਣ ਲਈ, ਤੇ ਰੇਟ ਕਿਵੇਂ ਡਿਸਾਈਡ ਹੁੰਦਾ ਹੈ? ਜਦੋਂ ਮੈਂ ਸੁਣਿਆ ਹੈ ਕਿ ਡਿਮਾਂਡ ਜ਼ਿਆਦਾ ਹੁੰਦੀ ਹੈ, ਅਵੇਲੇਬਿਲਿਟੀ ਘੱਟ ਹੁੰਦੀ ਹੈ, ਰੇਟ ਤਾਂ ਆਟੋਮੈਟਿਕਲੀ ਸਕਾਈ ਰਾਕਟ ਹੋ ਜਾਂਦੇ ਆ। that's why ਸਰ ਪਰ ਫਲੋਰ ਦਾ ਜਿਹੜਾ ਰੇਟ ਹੈ ਨਾ ਅੱਜ ਦੀ ਡੇਟ 'ਚ 5 CR। ਔਰ ਅਗਰ ਮੈਂ ਕੋਈ ਵੀ ਫਲੋਰ ਲਵਾਂ, ਚਾਹੇ ਗਰਾਊਂਡ ਫਲੋਰ ਲਵਾਂ, ਚਾਹੇ ਫਰਸਟ ਫਲੋਰ ਲਵਾਂ, ਜਿਵੇਂ ਮੈਂ ਦੇਖ ਰਿਹਾ, ਮੈਨੂੰ ਇੱਕ ਕੁਝ ਬਿਲਡਿੰਗ ਡਿਫਰੈਂਸਸ ਦਿਖਾਈ ਦੇ ਰਹੇ ਹਨ। ਆਈ ਥਿੰਕ ਦਿਸ ਬਿਲਡਿੰਗ ਇਜ਼ ਸਮਾਲਰ ਐਂਡ ਦੈਟ ਬਿਲਡਿੰਗ ਇਜ਼ ਬਿਗਰ। ਹਾਂ ਸਰ, ਕੁਝ ਡਿਫਰੈਂਸ ਹੈਗੇ ਨਾ? corners ਹੈ, that is a 3-way building। 3-way ਬਿਲਡਿੰਗ, ਹਾਂ, yes। ਉਹਦੇ 'ਚ ਕੀ ਹੁੰਦਾ ਐਗਜ਼ੈਕਟਲੀ? ਐਕਚੁਅਲ ਕੀ ਹੈ ਸਰ, 2-way ਹੈ ਜਿਵੇਂ 81 82, 3-way ਹੋਏਗਾ 83 84 ਹੈ, ਮਤਲਬ ਇੱਕ ਐਸਯੂ ਜਿਹੜਾ ਹੈਗਾ that is 81, ਅਰਾਊਂਡ ਇੱਕ ਐਸਯੂ ਦੀ ਜਿਹੜਾ ਸਾਈਜ਼ ਹੈਗਾ 17.5 ਬਾਈ 90, ਜਿਹੜੀ 2-way ਹੈ ਉਹ 35 ਬਾਈ 90, ਜਿਹੜੀ 3-way ਹੈ ਉਹ ਨਿਊ ਵੱਡੀ ਹੋਰ ਹੁੰਦੀ ਹੈ। ਇੱਕ ਪਾਰਟ ਹੋਰ ਉਹਦੇ ਵਿੱਚ ਜੁੜ ਗਿਆ, ਇੱਕ ਪਾਰਟ ਹੋਰ ਉਹਦੇ ਵਿੱਚ ਜੁੜ ਗਿਆ। ਤੇ ਅਗਰ ਮੈਂ ਗੱਲ ਕਰਾਂ, ਮੈਨੂੰ ਇਨਵੈਸਟਮੈਂਟ ਪੁਆਇੰਟ ਆਫ View ਨਾਲ ਤੁਸੀਂ ਗੱਲ ਕਰ ਰਹੇ ਆ ਆਪਾਂ 5 CR ਦੀ, ਜਿਹੜੀ ਤੁਸੀਂ ਪ੍ਰਾਈਸ ਦੀ ਗੱਲ ਕੀਤੀ ਹੈ, ਉਹ 2-way ਦੀ ਗੱਲ ਕਰ ਰਹੇ ਹੋ ਜਾਂ 3-way ਦੀ ਗੱਲ ਕਰ ਰਹੇ ਹੋ? ਸਰ 2-way। ਅਗਰ ਮੈਂ 3-way ਦੀ ਗੱਲ ਕਰਾਂ, ਉਹ ਕਿਸ ਪ੍ਰਾਈਸ ਵਿੱਚ ਅਰਾਊਂਡ 7.5 ਕਰੋੜ ਦੀ ਡਿਮਾਂਡ ਹੈ ਜੀ। 7.5 ਕਰੋੜ ਦੀ। ਔਰ ਕਿੰਨਾ ਕੁ ਉਹਦੇ ਵਿੱਚ ਸਕੁਅਰ ਫਿਟ ਏਰੀਆ ਹੁੰਦਾ ਇੱਕ ਫਲੋਰ ਦੇ ਉੱਤੇ? ਸਰ 2-way ਦੇ ਵਿੱਚ ਅਰਾਊਂਡ 4th ਫਲੋਰ ਦਾ ਜਿਹੜਾ ਏਰੀਆ ਹੁੰਦਾ ਉਹ ਅਰਾਊਂਡ 3300 ਸਕੁਅਰ ਫਿਟ। ਤੇ ਕਿਉਂਕਿ ਤੁਸੀਂ ਅਗਰ ਦੇਖੋਗੇ ਨਾ ਤਾਂ ਇਹ ਬਿਲਡਿੰਗ ਗਰਾਊਂਡ ਫਲੋਰ ਘੱਟ ਹੈ, ਐਜ਼ ਪਰ ਰੂਲ ਮੁਤਾਬਿਕ ਥੋੜੀ ਉੱਪਰ 300 ਸਕੁਅਰ ਫਿਟ ਅੰਦਾਜ਼ਾ ਵੱਧਦੀ ਜਾਂਦੀ ਹੈ। ਤਾਂ ਟੌਪ ਜਿਹੜਾ 3300 ਸਕੁਅਰ ਫਿਟ ਹੈ, ਉਸ ਤੋਂ ਨੀਚੇ 3000, ਫਿਰ 2700, ਅਰਾਊਂਡ ਉਸ ਮੁਤਾਬਿਕ ਥੋੜਾ ਜਿਹਾ ਖਰਚਾ। ਸੇ ਅਗਰ ਮੈਂ ਉਸ ਅਕੋਰਡਿੰਗ ਗੱਲ ਕਰਾਂ, ਅਗਰ ਮੈਂ ਇੱਕ ਜਿਮ ਸੈਟਅਪ ਕਰਨਾ ਹੈ, 3300 ਸਕੁਅਰ ਫੁੱਟ ਇੱਕ ਬੜੀ ਵਧੀਆ ਸਪੇਸ ਹੈਗਾ ਜੋ 34 ਸੈਕਟਰ ਦੇ ਵਿੱਚ ਅਵੇਲੇਬਲ ਹੈ। ਬਿਲਕੁਲ। ਔਰ ਅਗਰ ਮੈਂ ਉਹਦਾ ਰੈਂਟ ਪੇ ਕਰਦਾ, ਐਸਟੀਮੇਟਡ ਕਿੰਨਾ ਰੈਂਟ ਮੈਨੂੰ ਪੇ ਕਰਨਾ ਪਏਗਾ 3300 ਸਕੁਅਰ ਫੁੱਟ ਦਾ? ਸਰ ਮਿਨੀਮਮ ਤੋਂ ਮਿਨੀਮਮ 270 275, ਵੈਸੇ ਤਾਂ 3 ਲੱਖ ਰੁਪਏ ਪਰ ਮੰਥ, ਇੰਕਲੂਡਿੰਗ GST ਜਾਂ ਸੈਪਰੇਟ? GST ਸੈਪਰੇਟ, GST ਦੀ ਆਪਾਂ ਕਿਤੇ ਕੋਈ ਗੱਲ ਨਹੀਂ ਕਰੀ ਕਿ ਅੰਦਾਜ਼ਾ ਇੰਕਲੂਡਿੰਗ GST ਮੈਂ ਗੱਲ ਕਰਾਂ, ਮੈਨੂੰ ਪਰ ਸਕੁਅਰ ਫਿਟ 110 ਰੁਪਏ ਪੇ ਕਰਨੇ ਪੈਣਗੇ। ਅੰਦਾਜ਼ਾ ਐਂਡ ਇਟਸ ਅ ਮਿਨੀਮਮ ਸਰ, ਐਂਡ ਇਟਸ ਅ ਰॉ ਪ੍ਰੋਪਰਟੀ ਮਿਲੇਗੀ, ਇਟਸ ਨਾਟ ਅ ਫਰਨਿਸ਼ਡ ਪ੍ਰੋਪਰਟੀ। Oh my god, this is something which I was not aware even basically। ਤੇ that simply means ਕਿ ਅਗਰ ਮੈਂ ਇਨਵੈਸਟ ਕਰ ਰਿਹਾ, ਮੈਨੂੰ ਇਹ ਸਭ ਚੀਜ਼ਾਂ ਪਹਿਲੇ ਦੇਖਣੀ ਪੈਣਗੀਆਂ। ਡੈਫੀਨਿਟਲੀ ਸਰ, ਐਕਚੁਅਲ ਵਿੱਚ ਮੈਂ ਤੁਹਾਨੂੰ ਦੱਸਦਾ, ਚਲੋ ਕਮਰਸ਼ੀਅਲ ਦਾ ਤਾਂ ਜਿਵੇਂ ਆਪਾਂ ਗੱਲ ਕਰੀਏ ਕਿ ਸਾਰੀ ਹਜੇ ਲੀਜ਼ ਹੋਲਡ ਹੀ ਹੈ। ਈਵਨ ਜਿਹੜੀ ਫ੍ਰੀ ਹੋਲਡ ਪ੍ਰਾਪਰਟੀ ਹੈ, ਅਗਰ ਮੈਂ ਰੈਜ਼ੀਡੈਂਸ਼ੀਅਲ ਦੀ ਗੱਲ ਕਰਾਂ ਤਾਂ ਰੈਜ਼ੀਡੈਂਸ਼ੀਅਲ ਦੋ ਤਰ੍ਹਾਂ ਦੀ ਹੋਗੀ ਨਾ, ਵਨ ਇਜ਼ ਲੀਜ਼ ਹੋਲਡ, ਅਨਦਰ ਵਨ ਫ੍ਰੀ ਹੋਲਡ। ਹੁਣ ਜਿਹੜਾ ਬਾਹਰਲਾ ਬੰਦਾ ਆਉਂਦਾ, ਅਗਲਾ ਕਹਿੰਦਾ ਜੀ 8 ਮਰਲਾ ਦਵਾ ਦਿਓ, 10 ਮਰਲਾ ਦਵਾ ਦਿਓ, ਕਨਾਲ ਦਵਾ ਦਿਓ,
ਫਾਈਨ ਉਹਨੂੰ ਨੌਲੇਜ ਨਹੀਂ ਹੈ ਤੇ ਲੋਕ ਕਈ ਵਾਰ ਗੋਲੀ ਪਾਣੇ ਅਗਲੇ ਕਹਿੰਦੇ ਆ ਲੈ ਭਈਆ ਪ੍ਰਾਪਰਟੀ ਤੇਰੇ ਨਾਮ ਹੋ ਗਈ 2 ਕਰੋੜ ਰੁਪਏ ਸਸਤੀ ਮਿਲ ਰਹੀ ਹੈ ਬਟ ਉਸਨੇ ਇਹ ਤਾਂ ਦੇਖਿਆ ਹੀ ਨਹੀਂਗਾ ਕਿ ਇਹ ਫ੍ਰੀ ਹੋਲਡ ਸੀ ਜਾਂ ਲੀਜ਼ ਹੋਲਡ ਸੀ ਤਾਂ ਕਲਾਇੰਟ ਦਾ ਸਭ ਤੋਂ ਪਹਿਲਾ ਕੁਐਸਚਨ ਰੈਜ਼ੀਡੈਂਸ਼ੀਅਲ ਅਗਰ ਉਹਨੇ ਬਾਏ ਕਰਨਾ ਚੰਡੀਗੜ੍ਹ ਦੇ ਵਿੱਚ ਤਾਂ ਇਹ ਕੁਐਸਚਨ ਆਉਂਦਾ ਕਿ ਇਟਸ ਅ ਫ੍ਰੀ ਹੋਲਡ ਪ੍ਰਾਪਰਟੀ ਔਰ ਇਟਸ ਅ ਲੀਜ਼ ਹੋਲਡ ਪ੍ਰਾਪਰਟੀ This was the rule that you were talking about ਕਿ ਸਾਨੂੰ ਰੂਲ Yes, ਪਤਾਉਣਾ ਜ਼ਰੂਰੀ ਹੈ yes. that simply means ਕਿ ਅਗਰ ਇੱਕ ਪ੍ਰਾਪਰਟੀ ਲੀਜ਼ ਹੋਲਡ ਹੈਗੀ ਹੈ ਉਹ ਤੁਹਾਨੂੰ ਸਸਤੀ ਮਿਲੇਗੀ ਅਗਰ ਇੱਕ ਲੀਜ਼ ਹੋਲਡ ਨਹੀਂ ਹੈ ਫ੍ਰੀ ਹੋਲਡ ਪ੍ਰਾਪਰਟੀ ਉਹ ਤੁਹਾਨੂੰ ਮਹਿੰਗੀ ਮਿਲੇਗੀ ਤੇ ਅੰਦਾਜ਼ਾ ਅਗਰ ਮੈਂ ਗੱਲ ਕਰਾਂ ਇੱਕ 8 ਮਰਲੇ ਦਾ ਘਰ ਸਫੀਸ਼ੀਐਂਟ ਹੁੰਦਾ ਹੈ 4 ਤੋਂ 5 ਬੰਦਿਆਂ ਦੀ ਫੈਮਿਲੀ ਵਾਸਤੇ ਬਿਲਕੁਲ ਰਾਈਟ ਅਗਰ ਮੈਂ ਚੰਡੀਗੜ੍ਹ ਦੇ ਅਕੋਰਡਿੰਗ ਗੱਲ ਕਰਾਂ ਇੱਕ ਫ੍ਰੀ ਹੋਲਡ ਪ੍ਰਾਪਰਟੀ ਮੈਂ ਪ੍ਰੀਮੀਅਮ ਕਿਸ ਸੈਕਟਰ ਦੇ ਵਿੱਚ ਪਰਚੇਜ਼ ਕਰਨੀ ਹੈ ਕੋਈ ਪ੍ਰੀਮੀਅਮ ਸੈਕਟਰ ਹੈਗੇ ਇੱਥੇ ਮੈਨੂੰ ਹਾਂਜੀ ਹਾਂ ਸਰ ਪ੍ਰੀਮੀਅਮ ਸੈਕਟਰ ਆਪਣੇ ਜਿਹੜੇ 8 ਮਰਲਾ ਹੈਗੇ ਆ ਉਹ 1 ਤੋਂ ਲੈ ਕੇ 10 ਸੈਕਟਰ ਤੱਕ ਦਾ ਅੰਦਾਜ਼ਾ ਹੈ ਹੀ ਨਹੀਂ ਹੈ ਕਿਉਂਕਿ ਉਹ ਪ੍ਰੀਮੀਅਮ ਲਾਈਨ ਆ ਗਈ ਹੈ ਓਕੇ ਦੈਟ ਇਜ਼ ਅ ਬਿਗਰ ਸੈਕਟਰ ਬੇਸਿਕਲੀ ਓਕੇ ਉਸ ਤੋਂ ਬਾਅਦ ਜਿਹੜੇ ਹੈਗੇ ਆ ਆਪਣਾ 44 ਤੱਕ 21 ਤੋਂ ਲੈ ਕੇ 44 ਤੱਕ 8 ਮਰਲਾ ਬੜਾ ਈਜ਼ੀਲੀ ਅਵੇਲੇਬਲ ਹੋ ਜਾਂਦਾ ਹੈ ਇਹਨਾਂ ਵਿੱਚ ਪ੍ਰਾਈਸ ਰੇਂਜ ਉਹਦੇ ਵਿੱਚ ਰਹਿੰਦਾ ਨਾਰਮਲੀ 8 ਮਰਲੇ ਦਾ ਫ੍ਰੀ ਹੋਲਡ ਦੇ ਵਿੱਚ 8 ਮਰਲੇ ਦੇ ਵਿੱਚ ਫ੍ਰੀ ਹੋਲਡ ਦਾ ਜਿਹੜਾ ਅੱਜ ਦੇ ਮਡ ਹਾਊਸ ਹੈ ਦੈਟ ਇਜ਼ ਅਰਾਊਂਡ 6.5 ਤੋਂ 7 ਕਰੋੜ ਰੁਪਏ 6.5 ਤੋਂ 7 ਕਰੋੜ ਲਗਾ ਕੇ ਵੀ ਸਾਨੂੰ ਇੱਕ ਮਡ ਹਾਊਸ ਮਿਲੇਗਾ ਜਿਹਨੂੰ ਬਣਾਉਣ ਤੇ ਘੱਟੋ ਘੱਟ 1.5 ਤੋਂ 2 ਕਰੋੜ ਰੁਪਏ ਲਗਾਣੇ ਪੈਣੇ ਐਬਸੋਲੂਟ ਰਾਈਟ ਐਬਸੋਲੂਟ ਦਿਸ ਇਜ਼ ਦ ਰਿਐਲਿਟੀ ਆਫ ਚੰਡੀਗੜ੍ਹ ਟੁਡੇ ਔਰ ਅਗਰ ਅੱਜ ਬਾਈ ਕਰ ਲਓਗੇ ਰੇਟ ਹੋਰ ਵਧਣਗੇ ਸਰ ਇਹ ਰੇਟ ਨਹੀਂ ਨੀਚੇ ਜਾਣੇ ਤੇ ਅਵੇਲੇਬਿਲਿਟੀ ਦਾ ਕੀ ਸਿਨੈਰੀਓ ਹੈ ਕਿ ਈਜ਼ੀਲੀ ਅਵੇਲੇਬਲ ਹੈ ਜਾਂ ਨਹੀਂ ਹੈ ਸਰ ਮਿਲ ਜਾਂਦਾ ਹੈ ਈਜ਼ੀਲੀ ਮਿਲ ਜਾਂਦਾ ਹੈ ਬਟ ਕਈ ਵਾਰ ਕਲਾਇੰਟ ਦੀ ਡਿਮਾਂਡ ਆਉਂਦੀ ਹੈ ਫੇਸਿੰਗ ਪਾਰਕ ਪਲੱਸ ਕਾਰਨਰ ਉਹਦੀ ਅਵੇਲੇਬਿਲਿਟੀ ਬਹੁਤ ਮੁਸ਼ਕਿਲ ਹੈ ਕਿਉਂਕਿ ਜਿਹਦੇ ਕੋਲ ਹੈ ਪ੍ਰਾਈਸਿੰਗ ਵੀ ਉਹਦੇ ਅਕੋਰਡਿੰਗ ਵਧੇਗਾ ਪ੍ਰਾਈਸ ਤਾਂ ਹੈ ਓਬਵੀਅਸਲੀ ਸਰ ਇਹ ਚੀਜ਼ ਤਾਂ ਹੈ ਹੀ ਗਈ ਹੈ ਅਗਰ ਘਰ ਦੇ ਅੱਗੇ ਘਰ ਹੈ ਤਾਂ ਉਸ ਦਾ ਰੇਟ ਉਸ ਮੁਤਾਬਿਕ ਹੈ ਜਿਹੜਾ ਮੈਂ ਤੁਹਾਨੂੰ ਰੇਟ ਦੱਸਿਆ ਇਟਸ ਅ ਨਾਰਮਲ ਲੋਕੇਸ਼ਨ ਤਾਂ ਲੋਕੇਸ਼ਨ ਦਾ ਮੈਟਰ ਕਰੇਗੀ ਨਾ ਸੋ ਕਮਲ ਜੀ ਆਪਾਂ ਗੱਲ ਕਰ ਰਹੇ ਸੀ 34 ਸੈਕਟਰ ਦੇ ਅਗਰ ਆਪਾਂ ਗੱਲ ਕਰੀਏ ਇੰਡਸਟਰੀ ਚੋਇਸ ਕਿਹੜੀ ਇੰਡਸਟਰੀਜ਼ ਨੂੰ ਇਸ ਜਗ੍ਹਾ ਤੇ ਆ ਕੇ ਇਨਵੈਸਟ ਕਰਨਾ ਚਾਹੀਦਾ ਹੈ ਸਰ 34 ਨਾ ਜਿੰਨਾ ਵੀ ਹੈ ਇਹ ਇਟਸ ਵਨ ਆਫ ਦਾ ਬਿਗੇਸਟ ਐਜੂਕੇਸ਼ਨ ਹਬ ਤੁਸੀਂ ਕੋਈ ਵੀ ਇਹੀ ਸਟੱਡੀ ਕੋਈ ਵੀ ਬੱਚਾ ਕੁਝ ਵੀ ਕਰਨਾ ਚਾਹੁੰਦਾ ਹੈਗਾ ਤੁਸੀਂ ਦੇਖੋ ਜਰਾ ਨਿਗਾਹ ਮਾਰੋ ਹਰ ਤਰ੍ਹਾਂ ਦੀ ਸਟੱਡੀ ਉਰੇ ਅਵੇਲੇਬਲ ਹੈਗੀ ਹੈ ਕਿਸੇ ਵੀ ਤਰ੍ਹਾਂ ਦਾ ਕੋਰਸ ਹੈ ਸਾਰੇ ਉਰੇ ਹੈਗੇ ਹੈ ਜਿਹੜਾ ਟੌਪ ਮੋਸਟ ਬ੍ਰਾਂਡ ਹੈ ਉਹ ਸਾਰੇ ਉਰੇ ਹੈ हर तरह ਦੇ अपने आइलेट्स ਤੋਂ ਲੈ ਕੇ एनिमेशन ਤੋਂ ਲੈ ਕੇ टेक्निकल ਤੋਂ ਲੈ ਕੇ अपना मीडिया कोर्सेज ਤੋਂ ਲੈ ਕੇ ਕੁਝ ਵੀ प्योर एजुकेशन ਜਿੰਨੀ ਹੈ ਉਹ ਸਾਰੀ 34 ਚੋਂ ਤੁਹਾਨੂੰ ਮਿਲ ਜੇਗੀ ਸੋ ਤੁਸੀਂ ਕਹਿਣਾ ਚਾਹੋਗੇ ਕਿ ਚੰਡੀਗੜ੍ਹ ਦਾ ਐਜੂਕੇਸ਼ਨਲ ਹਾਰਟ ਚੰਡੀਗੜ੍ਹ 34 ਹੈ ਬਿਲਕੁਲ ਜੀ ਬਿਲਕੁਲ ਸੋ ਅਗਰ ਮੈਂ ਕੋਈ ਇਵਨ ਵਧੀਆ ਪਲੱਸ 2 ਦੀ ਸਰ ਜਿੰਨੀ ਵੀ ਪ੍ਰੈਪਰੇਸ਼ਨ ਹੁੰਦੀ ਹੈ ਜਿੰਨੇ ਵੀ ਅੱਛੇ ਬ੍ਰਾਂਡਸ ਹੈਗੇ ਨੇ ਸਾਰੇ 34 ਦੇ ਵਿੱਚ ਸੇ ਅਗਰ ਮੈਂ ਗੱਲ ਕਰਾਂ ਇਨਵੈਸਟਰ ਦੀ ਡੂ ਯੂ ਥਿੰਕ ਕਾਰਪੋਰੇਟ ਸ਼ੁੱਡ ਇਨਵੈਸਟ ਓਵਰ ਹੇਅਰ ਮੋਰ ਜਾਂ ਇੱਕ ਪਰਸਨਲ ਬੈਨੀਫਿਟ ਵਾਸਤੇ ਇੱਕ ਰੈਂਟਲ ਪਰਪਸ ਵਾਸਤੇ ਇੱਕ ਪਰਸਨ ਸ਼ੁੱਡ ਇਨਵੈਸਟ ਔਨ ਦਿਸ ਦੇਖੋ ਸਰ ਦੋਨਾਂ ਨੂੰ ਹੀ ਬੈਨੀਫਿਟ ਹੈ ਅਗਰ ਕਾਰਪੋਰੇਟ ਆਏਗਾ ਉਸ ਨੂੰ ਵੀ ਬੈਨੀਫਿਟ ਹੈਗੇ ਜੀ ਕਿਉਂਕਿ ਉਰੇ ਟੈਕਨੀਕਲ ਸਟੱਡੀ ਬਹੁਤ ਹੈਗੀ ਹੈ ਕਾਰਪੋਰੇਟ ਆਏਗਾ ਤਾਂ ਹਰ ਤਰ੍ਹਾਂ ਦੀ ਜੋਬ ਦੀ ਅਵੇਲੇਬਿਲਿਟੀ ਉਹਨਾਂ ਨੂੰ ਮਿਲ ਜਾਂਦੀ ਹੈ ਅੱਛਾ ਜੀ ਦੂਸਰਾ ਜਿਹੜੇ ਉਰੇ ਆਪਣੇ ਕੋਰਸਿਸ ਕਰਨ ਆਉਂਦੇ ਆ ਉਹਨਾਂ ਦੀ ਕਿੰਨੇ ਆਵਰਸ ਦੀ ਕਲਾਸ ਹੈ 2 ਆਵਰਸ ਦੀ 3 ਆਵਰਸ ਦੀ ਆਫਟਰ ਦੇ ਵਾਂਟ ਅ ਪਾਰਟ ਟਾਈਮ ਔਰ ਫੁੱਲ ਟਾਈਮ ਜੋਬ ਤਾਂ ਕਾਰਪੋਰੇਟ ਨੂੰ ਉਹ ਵੀ ਫਾਇਦਾ ਹੋ ਗਿਆ ਬਟ ਇਫ ਯੂ ਆਰ ਇਨਵੈਸਟਰ ਤਾਂ ਇਨਵੈਸਟਮੈਂਟ ਲਈ ਵੀ ਥੋੜਾ ਬਹੁਤ ਅੱਛਾ ਹੈ ਬਿਕੋਜ਼ ਮੈਂ ਤੁਹਾਨੂੰ ਦੱਸਿਆ ਕਿ ਰੈਂਟਲ ਇਨਕਮ ਬਹੁਤ ਅੱਛੀ ਹੈ ਫਾਈਨ ਤੇ ਪ੍ਰਾਪਰਟੀ ਦੇ ਰੇਟ ਬਹੁਤ ਜਲਦੀ ਵਧ ਰਹੇ ਨੇ ਤੇ ਅਗਰ ਮੈਂ ਇੱਕ ਹੋਰ ਗੱਲ ਕਰਾਂ ਇਸ ਸਪੈਸਿਫਿਕ ਸੈਕਟਰ ਦੇ ਬਾਰੇ ਸਪੈਸਿਫਿਕਲੀ ਮੈਂ ਬੋਲਾਂਗਾ ਕਿ ਅਗਰ ਮੈਂ ਇੱਥੇ ਇਨਵੈਸਟ ਕਰਦਾ ਲੈਟਸ ਸੇ ਮੈਨੂੰ ਇੱਥੇ EMPLOYEES ਚਾਹੀਦੇ ਆ ਡੂ ਯੂ ਥਿੰਕ ਦਿਸ ਏਰੀਆ ਇਜ਼ ਪ੍ਰੋਪਰਲੀ ਅਪਰੋਚੇਬਲ Yes, definitely, sir. It's a center of city. You can say 34 is the heart of the Chandigarh. 43 bus stand ਬਿਲਕੁਲ ਨਾਲ ਹੈ ਸਰ ਫਾਈਨ ਅਗਰ ਕਿਸੇ ਨੇ ਹਰਿਆਣਾ ਤੋਂ ਆਣਾ ਹੈ ਤਾਂ ਆਪਣੇ 35 ਸੈਕਟਰ ਪਿਕਾਲੀ ਚੌਂਕ ਤੇ ਬੱਸ ਰੁਕੇਗੀ ਫਾਈਨ ਸੈਕਟਰ 17 ਆਪਣਾ ਨਾਲ ਹੈ ਸੈਕਟਰ 22 ਦੀ ਮਾਰਕੀਟ ਨੇੜੇ ਹੈ ਈਵਨ 34 ਜਿਹੜਾ ਸੈਂਟਰ ਦੇ ਹੋਣ ਕਰਕੇ ਜਿੰਨੇ ਵੀ ਪੀਜੀ ਹੈਗੇ ਨੇ ਉਹ ਮੈਕਸਿਮਮ ਪੀਜੀ 34 35 21 20 ਐਂਡ 22 ਦੇ ਵਿੱਚ ਤੁਹਾਨੂੰ ਮਿਲਣਗੇ ਅਗਰ ਮੈਂ ਗੱਲ ਕਰਾਂ ਤਾਂ 34 ਨੇ ਸਿਰਫ ਆਪਣੇ ਆਪ ਨੂੰ ਨਹੀਂ ਆਸ-ਪਾਸ ਦੇ ਸੈਕਟਰ ਨੂੰ ਵੀ ਡਿਵੈਲਪ ਕਰਿਆ ਡੈਫੀਨਿਟਲੀ ਸਰ in the form of PGs in the form of rental एक बिल्कुल हब बनाते हैं पूरा बेसिकली no doubt so the investment point of view now this is the most prime sector in Chandigarh I believe in commercial segment ਬਿਲਕੁਲ ਸਹੀ ਗੱਲ ਕਰ ਰਹੇ ਸਰ ਤੇ ਐਸਟੀਮੇਟ ਅਗਰ ਮੈਂ ਗੱਲ ਕਰਾਂ ਔਨ ਡੇਲੀ ਬੇਸਿਸ 34 ਜਿਹੜਾ ਆਪਾਂ ਗੱਲ ਸੈਕਟਰ ਕਰਦੇ ਆ ਇਹਦੇ ਵਿੱਚ ਕਿੰਨੀ ਫੁੱਟਫਾਲ ਹੋਏਗੀ ਫੁੱਟਫਾਲ ਸਰ ਫੁੱਟਫਾਲ ਤਾਂ ਕੀ ਕਹਿ ਸਕਦੇ ਹਾਂ ਬਹੁਤ ਜ਼ਿਆਦਾ ਫੁੱਟਫਾਲ ਹੋਣੀ ਹੈ ਕਦੀ ਅੰਦਾਜ਼ਾ ਤਾਂ ਲਗਾਇਆ ਨਹੀਂ ਇਸ ਗੱਲ ਦਾ ਫਿਰ ਵੀ ਮਤਲਬ ਕੋਈ ਐਸਟੀਮੇਟ ਹੋਏਗਾ 2 ਲੱਖ 3 ਲੱਖ 10 ਲੱਖ 20 ਲੱਖ ਕੁਝ ਤਾਂ ਅੰਦਾਜ਼ਾ ਹੋਏਗਾ ਕਿ ਕਿੰਨੇ ਲੋਕ ਅਰਾਊਂਡ ਸਰ ਯੂ ਕੈਨ ਸੇ ਕਿ 4-5 ਲੱਖ ਹੋਣੀ ਹੈ ਬਿਕੋਜ਼ 4 ਲੱਖ ਦੀ ਫੁੱਟਫਾਲ ਤੁਹਾਨੂੰ ਇੱਕ ਜਗ੍ਹਾ ਤੇ ਮਿਲ ਰਹੀ ਹੈ ਜਿਹੜਾ ਇਹ ਬਲਾਕ ਹੈ ਸਰ ਇਸ ਬਲਾਕ ਦੇ ਵਿੱਚ 1.5 ਤੋਂ 2 ਲੱਖ ਦੀ ਫੁੱਟਫਾਲ ਹੈਗੀ ਹੈ ਇੱਕ ਹੈ ਯੂ ਬਲਾਕ ਜਿਹੜਾ ਮੇਨ ਐਜੂਕੇਸ਼ਨ ਹੱਬ ਹੈ ਜਿੱਥੇ ਸਾਰੇ ਵੱਡੇ ਇੰਸਟੀਚਿਊਟ ਆਈ ਕੈਨ ਸੀ
ਲਾਈਕ ਇੱਥੇ ਨੀਟ ਦੀ ਕੋਚਿੰਗ ਪ੍ਰੈਪਰੇਸ਼ਨ ਅਵੇਲੇਬਲ ਹੈ, ਉੱਥੇ ਆਈਲਟਸ ਦੀ ਵੀ ਅਵੇਲੇਬਲ ਬਿਲਕੁਲ, ਹੈਗੀ ਹੈ, ਬਿਲਕੁਲ। ਇਮੀਗ੍ਰੇਸ਼ਨ ਕੰਸਲਟੈਂਟਸ ਉੱਤੇ ਬੈਠੇ ਹੋਏ ਹੈ, ਇਨਫੈਕਟ ਤੁਹਾਡਾ ਆਫਿਸ ਵੀ ਇੱਥੇ ਬਿਊਟੀ ਹੀ ਹੈ, ਅਕੈਡਮੀ ਵੀ ਹੈ। ਇਨਫੈਕਟ ਤੁਹਾਡਾ ਆਫਿਸ ਵੀ ਇੱਥੇ ਹੀ ਹੈ। ਬਿਲਕੁਲ ਬਿਲਕੁਲ ਜੀਕੇ ਐਸ਼ੇਟਸ। ਕੀ ਰੀਜ਼ਨ ਸੀ ਤੁਸੀਂ ਇਹ ਲੋਕੇਸ਼ਨ ਚੂਜ਼ ਕੀਤੀ ਹੈ ਆਪਣੇ ਆਫਿਸ ਦੇ ਵਾਸਤੇ? ਸਰ ਆਲਰੇਡੀ ਦੱਸ ਚੁੱਕੇ ਹਾਂ, ਇਟਸ ਅ ਪ੍ਰਾਈਮ ਲੋਕੇਸ਼ਨ। ਬੈਕ ਸਾਈਡ ਤੇ ਪਿਕਾਰਲੀ ਮਾਲ ਹੈ, ਠੀਕ ਹੈ ਜੀ, ਫਰੰਟ ਤੇ ਪਾਰਕਿੰਗ ਖੁੱਲੀ ਹੈ। ਦੈਟ ਸਿੰਪਲੀ ਮੀਨਸ ਕਿ ਐਂਟਰਟੇਨਮੈਂਟ ਤੋਂ ਲੈ ਕੇ ਐਜੂਕੇਸ਼ਨ, ਇੰਪਲੋਇਮੈਂਟ ਤੇ ਫੂਡ ਸਪੇਸਿਸ ਹਰ ਜਗ੍ਹਾ ਇੱਥੇ ਅਵੇਲੇਬਲ ਹੈ। ਐਬਸੋਲੂਟਲੀ ਬਿਲਕੁਲ ਸਰ, ਇੱਕ ਪਰਫੈਕਟ ਚੋਇਸ। ਇਹ ਪਰਫੈਕਟ ਚੋਇਸ। ਤੇ ਅਗਰ ਕਿਸੇ ਨੇ ਪਰਚੇਜ਼ ਕਰਨਾ ਹੈ ਸਪੇਸ ਇਸ ਜਗ੍ਹਾ ਦੇ ਉੱਤੇ, ਲਾਈਕ ਉਹ ਤੁਹਾਨੂੰ ਕਿਵੇਂ ਅਪਰੋਚ ਕਰ ਸਕਦੇ ਆ? ਸਰ ਦਿੱਤੇ ਹੋਏ ਕੰਟੈਕਟ ਨੰਬਰ ਤੇ ਸਾਨੂੰ ਅਪਰੋਚ ਕਰੋ ਤੇ ਆਪਣੀ ਰਿਕੁਆਇਰਮੈਂਟ ਲਿਖਵਾਓ ਤੇ ਡੈਫੀਨਿਟਲੀ ਤੁਹਾਨੂੰ ਦੇਵਾਂਗੇ ਜੀ। ਤੇ ਕੀ ਤੁਹਾਡਾ ਪ੍ਰੋਸੈਸ ਹੈਗਾ, ਕਿਵੇਂ ਤੁਸੀਂ ਬੇਸਿਕਲੀ ਲੋਕਾਂ ਨੂੰ ਗਾਈਡ ਕਰਦੇ ਹੋ, ਕਿਵੇਂ ਤੁਹਾਡਾ ਬੇਸਿਕਲੀ ਇੱਕ ਅਪਰੋਚ ਰਹਿੰਦਾ ਹੈ ਉਹਨਾਂ ਨੂੰ ਗਾਈਡ ਕਰਨ ਦਾ ਰਾਈਟ ਇਨਵੈਸਟਮੈਂਟ ਵਾਸਤੇ? ਸਰ ਅਪਰੋਚ ਕਰਨ ਦਾ ਸਭ ਤੋਂ ਪਹਿਲਾਂ ਤਾਂ ਅਸੀਂ ਕਲਾਇੰਟ ਦੀ ਰਿਕੁਆਇਰਮੈਂਟ ਦੇਖਦੇ ਹਾਂ, ਉਹਨਾਂ ਦੀ ਰਿਕੁਆਇਰਮੈਂਟ ਕੀ ਹੈ, ਕਮਰਸ਼ੀਅਲ ਹੈ, ਰੈਜ਼ੀਡੈਂਸ਼ੀਅਲ ਹੈ, ਫਿਰ ਬਜਟ ਕਿੰਨਾ ਹੈ, ਤਾਂ ਉਸ ਮੁਤਾਬਿਕ ਅਸੀਂ ਫਿਰ ਉਹਨਾਂ ਨੂੰ ਗਾਈਡ ਕਰਦੇ ਹਾਂ। ਕਈ ਵਾਰ ਇੱਕ ਪਰਸਨ ਆਇਆ ਜਿਹਦੀ ਬਜਟ, ਦ ਕਰੰਟ ਬਜਟ ਇਜ਼ ਹਾਰਡਲੀ 2.5 to 3 CR, ਠੀਕ ਹੈ, ਐਂਡ ਮੈਂ ਕੁਝ ਚੰਡੀਗੜ੍ਹ ਦੇ ਵਿੱਚ ਇਨਵੈਸਟਮੈਂਟ ਕਰਨਾ ਚਾਹੁੰਦਾ, ਨਾਟ ਫॉर द ਲਿਵਿੰਗ ਪਰਪਸ, ਨਾਟ ਫॉर ਐਨੀ ਅਦਰ ਪਰਪਸ, ਇਟ ਇਜ਼ ਜਸਟ ਕਿ ਮੈਂ ਆਪਣੇ ਪੈਸੇ ਨੂੰ ਗਰੋ ਕਰਨਾ ਚਾਹੁੰਦਾ, ਐਟ ਦ ਸੇਮ ਟਾਈਮ ਆਈ ਵਾਂਟ ਅ ਗੁੱਡ ਰਿਟਰਨ ਇਨ ਦ ਫਾਰਮ ਆਫ ਰੈਂਟਲ ਆਲਸੋ। ਤਾਂ ਤੁਸੀਂ ਕੀ ਸੁਜੈਸਟ ਕਰਨਾ ਚਾਹੋਗੇ? ਤਾਂ ਸਰ ਜਿਹੜਾ ਬਜਟ ਹੈ ਦੈਟ ਇਜ਼ ਥੋੜਾ ਘੱਟ ਹੈ, 3 CR, ਬਟ ਇਟਸ ਓਕੇ। ਤਾਂ ਇਹਦੇ ਵਿੱਚ ਚੰਡੀਗੜ੍ਹ ਵਿੱਚ ਆਪਾਂ ਨੂੰ ਅੱਛੇ ਬੂਥ ਮਿਲ ਜਾਣਗੇ ਜਿਨ੍ਹਾਂ ਦੀ ਰਿਟਰਨ ਵੈਲਿਊ ਬਹੁਤ ਅੱਛੀ ਹੈਗੀ ਹੈ। ਕਿਹੜੇ ਸੈਕਟਰ ਦੇ ਵਿੱਚ ਉਹ ਬੂਥ ਅਵੇਲੇਬਲ? ਆਲਮੋਸਟ ਸਰ ਹਰ ਸੈਕਟਰ ਜਿੱਥੇ ਵੀ ਆਪਾਂ ਨੂੰ ਅੱਛੀ ਮਿਲ ਗਿਆ, ਮਾਰਕੀਟ ਨਾਲੋਂ ਘੱਟ ਮਿਲ ਗਿਆ, ਆਪਾਂ ਆਪਣੇ ਕਲਾਇੰਟ ਨੂੰ ਉਹੀ ਚੀਜ਼ ਦੇਵਾਂਗੇ ਜੀ, ਹੈ ਨਾ। ਬੂਥ ਹਰ ਸੈਕਟਰ ਵਿੱਚ ਹੈਗੇ ਨੇ, ਹਰ ਸੈਕਟਰ 'ਚ ਜਿਹੜੇ ਹੈਗੇ ਨੇ ਰੈਜ਼ੀਡੈਂਸ਼ੀਅਲ ਔਰ ਬੂਥ ਅਵੇਲੇਬਲ ਹੈ, ਲੇਕਿਨ ਕਮਰਸ਼ੀਅਲ ਹਰ ਸੈਕਟਰ ਵਿੱਚ ਨਹੀਂ ਹੈਗੀ ਹੈ। ਫਾਈਨ। ਦੂਸਰਾ ਇਹਦੇ ਵਿੱਚ ਅਰਾਊਂਡ 5 ਮਰਲਾ ਹਾਊਸ ਵੀ ਆ ਜਾਣਗੇ। ਤੀਸਰਾ 2.5 to 3 CR ਦੇ ਵਿੱਚ 5 ਮਰਲਾ ਹਾਊਸ। ਹਾਊ ਅਬਾਊਟ ਫਲੈਟਸ? ਹਾਂ, ਮੈਂ ਸੁਣਿਆ ਇਸ ਤੋਂ ਕਿ ਬਾਅਦ ਚੰਡੀਗੜ੍ਹ ਦੇ ਫਲੈਟਸ ਕਾਫੀ ਮੈਂ ਅੱਛੇ ਇਸੀ ਤੇ ਆ ਰਹੇ ਸੀ ਸਰ। ਇਸ ਤੋਂ ਬਾਅਦ ਆ ਜਾਏਗਾ ਫਲੈਟ 51 50, ਹੁਣ 53 ਦੇ ਸਰ ਫਲੈਟ ਲਾਂਚ ਹੋਏ ਹੈ। 48 49 ਇਹਦੇ ਵਿੱਚ ਫਲੈਟ ਮਿਲ ਜਾਣਗੇ ਤੁਹਾਨੂੰ। 2.5 ਤੋਂ ਲੈ ਕੇ 3 ਦੇ ਵਿੱਚ 3 ਬੈਡਰੂਮ ਦਾ ਤੁਹਾਨੂੰ ਬਹੁਤ ਅੱਛਾ ਫਲੈਟ ਮਿਲ ਜਾਏਗਾ। ਮੈਂ ਨਾ ਥੋੜੇ ਦਿਨ ਪਹਿਲੇ ਹੀ ਇੱਕ ਨਿਊਜ਼ ਪੜ੍ਹ ਰਿਹਾ ਸੀ ਜਿਹਦੇ ਵਿੱਚ ਲਿਖਿਆ ਗਿਆ ਸੀ ਕਿ 33 ਸੈਕਟਰ ਦੇ ਵਿੱਚ ਆਕਸ਼ਨ ਹੋਈ ਹੈ ਇੱਕ ਪਾਰਟਿਕੂਲਰ ਘਰ ਦੀ, ਏਰੀਆ which was not claimed by anyone, ਬਟ ਉਹਦੀ ਜਿਹੜਾ ਰਿਜ਼ਰਵ ਪ੍ਰਾਈਸ ਸੀ ਉਸ ਤੋਂ 3 ਗੁਣਾ ਜ਼ਿਆਦਾ ਉਹਦਾ ਪ੍ਰਾਈਸ ਨਿਕਲ ਗਿਆ। ਹਾਂ ਯੈਸ ਡੈਫੀਨਿਟਲੀ ਸਰ। ਐਕਚੁਅਲ 'ਚ ਕੀ ਹੈ ਕਿ ਪ੍ਰਾਈਟ ਮੈਂ ਤੁਹਾਨੂੰ ਦੱਸਿਆ ਕਿ ਪ੍ਰਾਈਸ ਡੇ ਬਾਏ ਡੇ ਹਾਈਕ ਹੋ ਰਹੇ ਨੇ। ਜਿਹੜੀ ਤੁਸੀਂ ਪ੍ਰੋਪਰਟੀ ਦੀ ਗੱਲ ਕਰ ਰਹੇ ਹੋ ਦੈਟ ਇਜ਼ ਅ 1 ਕਨਾਲ ਹਾਊਸ, ਤੇ ਅਰਾਊਂਡ ਅਗਰ ਅੱਜ ਦੀ ਡੇਟ 'ਚ 1 ਕਨਾਲ ਹਾਊਸ ਦਾ ਰੇਟ ਦੇਖੀਏ ਇਟਸ 20+। ਮਡ ਹਾਊਸ ਦਾ ਜਾਂ ਮਡ ਹਾਊਸ, ਫੁੱਲ ਫਲੇਜ ਮਡ ਹਾਊਸ। ਮੈਂ ਇੱਕ ਫੁੱਲ ਫਲੇਜ ਹਾਊਸ ਲੈਣਾ 33 ਸੈਕਟਰ ਦੇ ਵਿੱਚ 1 ਕਨਾਲ ਦਾ, ਮੈਨੂੰ ਕੀ ਐਸਟੀਮੇਸ਼ਨ ਉਹਦੀ ਬੇਟੀ? ਅਰਾਊਂਡ 25+, 25 to 28। that is a big amount. Yeah, definitely it's a big amount, but everyone want to buy in Chandigarh. ਕੀ Every celebrity want to buy in Chandigarh. ਅਗਰ ਆਪਾਂ ਗੱਲ ਕਰੀਏ ਪੰਜਾਬੀ ਸਿੰਗਰਸ ਦੀ, ਅਗਰ ਆਪਾਂ ਗੱਲ ਕਰੀਏ ਬਾਲੀਵੁੱਡ ਸਿੰਗਰਸ ਦੀ, ਆਈ ਥਿੰਕ ਐਵਰੀਬਾਡੀ ਸਪੈਂਡਿੰਗ ਓਵਰ ਹੇਅਰ। ਬਿਲਕੁਲ ਕੁਝ ਤਾਂ ਖਾਸ ਹੋਏਗਾ ਸ਼ਹਿਰ ਦੇ ਵਿੱਚ। ਕੀ ਖਾਸ ਹੈ ਉਹ ਸਰ ਖਾਸ ਇਟਸ ਵਰਡ ਦਾ ਸਭ ਤੋਂ ਪਲੈਨਡ ਜਿਹੜਾ ਹੈਗਾ ਦੈਟ ਇਜ਼ ਪਲੈਨਡ ਜਿਹੜਾ ਹੈਗਾ ਸਿਟੀ ਹੈ ਉਹ ਚੰਡੀਗੜ੍ਹ ਹੈ। ਸਭ ਤੋਂ ਗ੍ਰੀਨਰੀ ਜਿਹੜੀ ਹੈਗੀ ਹੈ, ਮੈਂ ਤੁਹਾਨੂੰ ਗ੍ਰੀਨ ਦਿਖਾਣਾ, ਆਪਾਂ ਟੌਪ ਤੇ ਚੱਲਦੇ ਹਾਂ। ਅਸੀਂ ਹੁਣੇ ਗ੍ਰੀਨਰੀ ਦਾ ਹੀ ਗੱਲ ਕਰ ਰਹੇ ਸੀ, ਲਾਈਕ ਮੇਰੇ ਆਸ-ਪਾਸ ਮੈਂ ਜਿੱਥੇ ਦੇਖਾਂ ਇੱਥੇ ਮੈਨੂੰ ਪੇੜ ਦਿਖਾਈ ਦੇ ਰਹੇ ਹਨ। ਬਿਲਕੁਲ ਬਿਲकुल ਬਿਲकुल ਸਰ। ਜਿੰਨੀ ਨੀਚੋਂ ਦੀ ਤਾਂ ਬੜੇ building ਘਰ ਦਿਖ ਰਹੇ ਹੈ, ਜੋ ਜਰਾ ਟੌਪ ਤੇ ਚੱਲ ਕੇ ਮੈਂ ਤੁਹਾਨੂੰ ਦਿਖਾਣਾ 4th ਫਲੋਰ ਤੇ, ਤੁਹਾਨੂੰ ਦਿਖੇਗਾ ਗ੍ਰੀਨਰੀ ਬਹੁਤ ਹੈ ਸਰ। ਚਲੋ ਅੱਜ ਤੁਹਾਡੀ ਅੱਛਾ ਵੈਦਰ ਸਰ, ਤੁਸੀਂ ਵੈਦਰ ਦੇਖੋਗੇ ਇਸ ਵਕਤ ਦੁਪਹਿਰ ਦੇ 4 ਵਜੇ ਹੈ ਤੇ ਵੈਦਰ ਦੇਖੋ ਹਮੇਸ਼ਾ ਪ੍ਰੈਜ਼ੈਂਟ ਰਹਿੰਦਾ। ਫਾਈਨ। ਫਿਰ ਹਿਲਸ ਬਿਲਕੁਲ ਨਾਲ ਨੇ, ਫਿਰ ਲੇਕ ਹੈਗੀ ਹੈ ਸਰ, ਮਤਲਬ ਸਭ ਕੁਝ ਇਟਸ ਅ ਪਲੈਨਡ ਸਿਟੀ। ਫਿਰ ਤੁਸੀਂ ਕਹਿ ਰਹੇ ਹੋ ਕਿ ਸਾਰਾ ਕੁਝ ਆਸ-ਪਾਸ ਹੈ ਤੇ ਤੁਸੀਂ ਮੈਨੂੰ ਕਹਿ ਰਹੇ ਟੌਪ ਫਲੋਰ ਤੇ ਆਪਾਂ ਚਲਦੇ ਹਾਂ ਦੇਖਣ ਵਾਸਤੇ, ਕਿ ਮੈਂ ਉਹ ਸਭ ਚੀਜ਼ਾਂ ਇੱਥੋਂ ਦੇਖ ਸਕਦਾ? ਯਾਰ ਡੈਫੀਨਿਟਲੀ ਸਰ, ਬਟ ਨੀਚੋਂ ਦੀ ਜਿਹੜਾ ਹੈ ਤੁਹਾਨੂੰ ਹਰ ਇੱਕ ਚੀਜ਼ ਕਮਰਸ਼ੀਅਲ ਐਂਡ ਪਲੈਨਡ ਦਿਖ ਰਹੀ ਹੈ, ਲੇਕਿਨ ਜਦੋਂ ਟੌਪ ਤੇ ਆਉਂਗੇ ਤਾਂ ਤੁਹਾਨੂੰ ਗ੍ਰੀਨਰੀ ਦਾ ਮਜ਼ਾ ਆਏਗਾ, ਈਵਨ ਪਹਾੜ ਵੀ ਦਿਖ ਜਾਣਗੇ। ਕਮਲ ਸਰ ਫਿਰ ਆਪਾਂ ਤੁਹਾਡੇ ਫਲੋਰ ਦੇ ਉੱਤੇ ਹੀ ਚੱਲਦੇ ਹਾਂ, ਇੱਕ ਤੁਹਾਡਾ ਆਫਿਸ ਟੂਰ ਲਾਂਗੇ ਛੋਟਾ ਜਿਹਾ। ਮੋਸਟ ਵੈਲਕਮ। ਆਪਾਂ ਤੁਹਾਡਾ ਇੱਕੋ ਵਿਊ ਵਾਲਾ ਪਾਰਟ ਜਿਹੜਾ ਤੁਸੀਂ ਕਹਿ ਰਹੇ ਹੋ ਮੋਸਟ ਜੋ ਵੈਲਕਮ ਆਬਜ਼ਰਵ ਕਰਦੇ ਆਜ ਪਲੀਜ਼ 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 ਪਲੀਜ਼। ਸੋ ਆਪਾਂ ਗੱਲ ਕਰ ਰਹੇ ਸੀ ਗ੍ਰੀਨਰੀ ਔਰ ਵੈਦਰ, ਜਿਹੜਾ ਬੜਾ ਪਲੇਜ਼ੈਂਟ ਹੁੰਦਾ, ਸਪੈਸ਼ਲੀ 34 ਸੈਕਟਰ ਦੀ ਗ੍ਰੀਨਰੀ ਮੈਨੂੰ ਦਿਖਾਈ ਦੇ ਰਹੀ ਹੈ। ਇੱਥੇ ਕਾਫੀ ਕੁਝ ਹੈ ਆਈ ਬਿਲੀਵ, ਬਿਲਕੁਲ ਦੇਖਣ ਦਾ ਨਜ਼ਾਰਾ ਹੀ ਕੁਝ ਹੋਰ ਹੈ ਜੀ। ਮਤਲਬ ਕਮਰਸ਼ੀਅਲ ਹਬ ਵਿੱਚ ਪੂਰੀ ਗ੍ਰੀਨਰੀ, ਮਤਲਬ ਇਟ ਇਜ਼ ਅ ਫੁੱਲ ਫਲੇਜ ਨਜ਼ਾਰਾ। ਸਰ ਤੁਸੀਂ ਦੂਰ ਤੱਕ ਦੇਖੋ ਤਾਂ ਗ੍ਰੀਨਰੀ ਕਿੰਨੀ ਹੈ, ਕੋਈ ਕਹਿ ਨਹੀਂ ਸਕਦਾ ਕਿ ਸ਼ਹਿਰ ਵਸਿਆ ਹੋਇਆ ਹੈ, ਲੇਕਿਨ ਪਲਾਨ ਹੁੰਦਾ ਹੈ। ਤੁਸੀਂ ਇੱਧਰ ਦੇਖੋ ਤਾਂ ਕਿੰਨਾ ਕਮਰਸ਼ੀਅਲ ਕਰਾ ਇੱਕ ਬੜਾ ਜ਼ੋਰਦਾਰ ਪਲੈਨਿੰਗ ਬੋਲਾਂਗਾ ਮੈਂ ਇਸ ਚੀਜ਼ ਨੂੰ, ਤੇ ਮਿਸਟਰ ਕਾਰਬੂਜ਼ਰ ਦੀ ਤਾਰੀਫ ਕਰਨੀ ਪਏਗੀ ਇਸ ਚੀਜ਼ ਦੇ ਵਾਸਤੇ। 34 ਸੈਕਟਰ ਜੋ ਉਹਨੇ ਪਲਾਨ ਕੀਤਾ ਸਪੈਸ਼ਲੀ, ਦਿਸ ਇਜ਼ ਸਮਥਿੰਗ ਡਿਫਰੈਂਟ ਲੈਵਲ ਆਈ ਥਿੰਕ। no doubt, no doubt, true.
ਤੇ ਵੈਦਰ ਮੈਂ ਤੁਹਾਨੂੰ ਕਿਹਾ ਸੀ ਦੇਖੋ ਹਲਕੀ ਹਲਕੀ ਬੁੰਦਾ इंस्टीट्यूशन दिखाई दे रहे हैं हर चीज़ का एट द सेम टाइम कुछ इमिग्रेशन कंपनीज कुछ आईटी कंपनीज भी दिखाई दे रही हैं उस साइड प्लस इस साइड कुछ बैंक सेंटर दिखाई दे रहे हैं हॉस्पिटल भी है सर हॉस्पिटल भी सामने एक इमरजेंसी वाला पार्टी दिखाई दे रहा है पासपोर्ट ऑफिस भी सामने है तो मैं तो देखता सी इस साइड सारे कोचिंग सेंटर दिखाई दे रहे हैं सामने बैंक एसएससी वाले होंगे हॉस्पिटल भी नज़ारा दिखाई दे रहे हैं प्लस बड़े सारे पेड़ नो डाउट ਵਿੱਚੋਂ ਅਸੀਂ ਉਮੀਦ ਨਹੀਂ ਕੀਤੀ ਸੀ ਕਿ ਇੰਨਾ ਕੁਝ ਇੱਥੇ ਹੋਏਗਾ ਪਰ ਉੱਪਰ ਆ ਕੇ ਨਜ਼ਾਰਾ ਹੀ ਕੁਝ ਹੋਰ ਹੈ ਬਿਲਕੁਲ ਸਰ ਅਗਰ ਹੁਣ ਵੈਦਰ ਹੋਰ ਵਧੀਆ ਹੋਏਗਾ ਤੁਹਾਨੂੰ ਪਹਾੜ ਵੀ ਨਜ਼ਰ ਆਣਗੇ ਈਵਨ ਸਰ ਤੁਸੀਂ ਸਾਰੇ ਬੋਲਦੇ ਆ ਪਾਸਪੋਰਟ ਆਫਿਸ ਜਿਹੜਾ ਹੈ ਰੀਜਨਲ ਪਾਸਪੋਰਟ ਆਫਿਸ ਪੰਜਾਬ ਹਰਿਆਣਾ ਦੇ ਹਿਮਾਚਲ ਦੇ ਜਿੰਨੇ ਵੀ ਡਿਸਪਿਊਟਡ ਕੇਸ ਆਣਗੇ ਉਹ ਸਾਰੇ ਉਰੇ ਆਣਗੇ ਹੁਣ ਇਹਨਾਂ ਨੇ ਅਗਰ 34 ਲੋਕੇਸ਼ਨ ਚੂਜ਼ ਕਰੀ ਹੈ ਤਾਂ ਤੁਸੀਂ ਸਮਝ ਸਕਦੇ ਹੋ ਕਿ ਇਹ ਸਭ ਤੋਂ ਜ਼ਿਆਦਾ ਅਪਰੋਚੇਬਲ ਹੈ ਇੱਕ ਮੈਂ ਹੋਰ ਚੀਜ਼ ਦੇਖਦਾ ਸਾਹਮਣੇ ਬਿਲਕੁਲ ਸਾਹਮਣੇ ਆਇਕਰ ਵਿਭਾਗ ਦਾ ਵੀ ਆਫਿਸ ਬਿਲਕੁਲ ਸਰ ਆਇਕਰ ਵਿਭਾਗ ਕੀ ਰੀਜ਼ਨ ਹੈ ਕਿ ਇੰਨੇ ਵੱਡੇ ਵੱਡੇ ਗਵਰਨਮੈਂਟ ਆਫਿਸਰਸ ਮਤਲਬ ਇੱਥੇ ਕਿਉਂ ਪਲਾਨ ਕਰ ਰਹੇ ਹੈ ਇੱਥੇ ਕਿਉਂ ਸਪੈਂਡ ਕਰ ਰਹੇ ਹੈ ਐਕਚੁਅਲੀ ਸਰ ਅਪਰੋਚ ਕਰਨਾ ਬਹੁਤ ਈਜ਼ੀ ਹੈ ਤੁਹਾਨੂੰ ਆਲਰੇਡੀ ਮੈਂ ਤੁਹਾਨੂੰ ਦੱਸਿਆ ਕਿ ਬੱਸ ਸਟੈਂਡ ਬਿਲਕੁਲ ਨਾਲ ਹੈ 17 ਸੈਕਟਰ ਵਾਲਾ ਬੱਸ ਸਟੈਂਡ ਬਿਲਕੁਲ ਨਾਲ ਹੈ ਬਸ ਕਿਤੋਂ ਵੀ ਆਉਂਦੀ ਹੈ ਤਾਂ ਜਿਹੜਾ ਚੌਂਕ ਹੈ ਟਿਕਾਲੀ ਚੌਂਕ ਉਹ ਬਿਲਕੁਲ ਨਾਲ ਹੈ ਜਿਹਨੂੰ ਆਪਾਂ ਮੈਰਿਟ ਚੌਂਕ ਕਹਿ ਦਿੰਦੇ ਹਾਂ ਹੁਣ ਜੀ ਠੀਕ ਹੈ ਜੀ ਉਹ ਬਿਲਕੁਲ ਨਾਲ ਹੋਣ ਕਰਕੇ ਨਾਲ ਜੋ ਆਪਾਂ ਸਮੁੰਦਰ ਆ ਜਾਂਦਾ ਵਾਕਿੰਗ ਡਿਸਟੈਂਸ ਤੇ ਹੈ ਤੁਹਾਨੂੰ ਕੋਈ ਵੀ ਆਟੋ ਰਿਕਸ਼ਾ ਨਹੀਂ ਬੋਲੀ ਸੀ ਸਟਾਰਟਿੰਗ ਦੇ ਵਿੱਚ ਕਿ ਅਗਰ ਆਪਾਂ 34 ਸੈਕਟਰ ਦੀ ਗੱਲ ਕਰੀਏ ਛੱਤ ਦੇ ਉੱਤੇ ਤੋਂ ਅਸੀਂ ਹਰ ਚੀਜ਼ ਦੇਖ ਸਕਦੇ ਹਾਂ ਬਿਲਕੁਲ ਤੁਸੀਂ ਮੈਨੂੰ ਦਿਖਾਣਾ ਪਸੰਦ ਕਰੋਗੇ ਕੀ ਚੀਜ਼ ਆਪਾਂ ਦੇਖ ਸਕਦੇ ਹਾਂ ਇੱਧਰ ਡੈਫੀਨਿਟਲੀ ਸਰ ਤੁਸੀਂ ਸਭ ਤੋਂ ਪਹਿਲਾਂ ਤਾਂ ਇੱਧਰ ਦੇਖੋ ਜੀ ਇਹ ਸਾਰਾ ਚੰਡੀਗੜ੍ਹ ਹੀ ਹੈ ਇਸ ਤੋਂ ਬਾਅਦ ਉਹ ਹਿਲ ਏਰੀਆ ਆ ਗਿਆ ਫਾਈਨ ਜੀ ਆਪਣਾ ਆਪਾਂ ਥੋੜਾ ਜਿਹਾ ਬੈਕ ਸਾਈਡ ਤੇ ਚੱਲੀਏ ਬਿਲਕੁਲ ਬਿਲਕੁਲ ਚੱਲਦੇ ਹਾਂ ਇਹ ਸਭ ਚੁੰਬੇ ਦੀ ਬਿਲਡਿੰਗ ਹੈ ਜੀ ਆਪਾਂ ਛੱਤ ਤੇ ਖੜੇ ਆ ਜਿਹੜਾ ਵੈਲਕਮ ਅਸਰ ਕਰਨਾ 35 by 90 ਦਾ ਸਾਈਜ਼ ਹੋਊਗਾ ਐਬਸੋਲੂਟਲੀ ਰਾਈਟ ਬਿਲਕੁਲ ਸਰ which equates to nearly 370 estimated square yards right ਐਬਸੋਲੂਟ ਰਾਈਟ ਅਰਾਊਂਡ 350 ਗਜ ਜੀ ਠੀਕ ਹੈ ਤੇ ਇਸ ਸਾਈਡ ਮੈਂ ਦੇਖਦਾ ਕਿ ਸਾਰੇ ਮਤਲਬ ਇੱਕ ਪੂਰਾ ਪਲਾਨਡ ਸਟਰਕਚਰ ਹੈਗਾ ਬੇਸਿਕਲੀ ਬਿਲਡਿੰਗਸ ਦਾ ਜਿਹਦੇ ਵਿੱਚ ਸਾਰੇ ਐਨਾਲਿਸਟਸ ਤੇ ਇਨਫੈਕਟ ਡੈਂਸਿਟੀ ਵੀ ਹੋਏ ਲੋਕਾਂ ਦੇ ਸੋ ਦੈਟ ਬੇਸਿਕਲੀ ਐਵਰੀ ਫੈਸਿਲਿਟੀ ਇਜ਼ ਅਵੇਲੇਬਲ ਵਾਓ ਬਿਕਾਟੀ ਮੋਲ ਯੈਸ ਯੈਸ this is something which everybody is basically going to invest for ਬਿਲਕੁਲ ਇਟਸ ਅ ਕਾਰ ਦੀ ਮੋਲ and कुछ सामने ही जो रोड दिखाई दे रही है which is basically दुकान भी राइट ਬਿਲਕੁਲ ਸਰ ਸਾਹਮਣੇ BSNL ਦੇਖੋ ਜੀ BSNL ਦਾ ਬੋਰਡ ਲੱਗਿਆ ਹੈ ਇਹ BSNL ਦਾ ਹੈਡ ਆਫਿਸ ਹੈ ठीक है ਫਾਈਨ ਅਗਰ ਤੁਸੀਂ ਜਰਾ ਨਿਗਾਹ ਘਮਾਓ ਤਾਂ ਅੱਗੇ ਤੁਹਾਨੂੰ ਸਟੇਡੀਅਮ ਲਾਈਟਸ ਨਜ਼ਰ ਆ ਰਹੀਆਂ हाँ जी वो सामने बन दिखाई दे रही है ਸੈਕਟਰ 17 ਦੀ ਸਟੇਡੀਅਮ ਲਾਈਟਸ ਆ ਰਹੀਆਂ ਫਾਈਨ ਹਾਂ ਸਰ ਤੁਹਾਨੂੰ ਆਫਿਸ ਦਾ ਵੀ ਟੂਰ ਦਈਏ ਨੀਚੇ ਲੈ ਕੇ ਚੱਲਦਾ ठीक है Thank you. I'm really impressed I am actually impressed जो चीज़ तुसी मैंने दिखाई आज ਥੈਂਕ ਯੂ and I personally feel now 34 sector is worth spending money upon ट्रू 5 करोड़ लगा के एक अच्छा रेंटल एक अच्छी लोकेशन एक अच्छी अप्रोचेबिलिटी बड़ी आसानी नाल नहीं मिलती and this is something which people look for this is something which people spend for 5 करोड़ ਦੇ ਵਿੱਚ I believe 2.5 ਲੱਖ ਰੁਪਏ ਦਾ ਰੈਂਟਲ is a big deal in this region ਐਬਸੋਲੂਟ ਰਾਈਟ ਬਿਲਕੁਲ ਜੀ ਬਿਲਕੁਲ ਘਰ ਦੇ ਵਿੱਚ ਇੰਨੀ ਐਪਰੀਸੀਏਸ਼ਨ ਕਦੀ ਨਹੀਂ ਮਿਲ ਸਕਦੀ ਨਹੀਂ ਮਿਲੇਗੀ ਸਰ ਕਦੇ ਵੀ ਨਹੀਂ ਮਿਲੇਗੀ ਤੇ ਤੁਸੀਂ ਕੁਝ ਕਹਿ ਰਹੇ ਸੀ ਕਿ ਸਾਡੇ ਆਫਿਸ ਤੋਂ ਬੜਾ ਇੱਕ ਵਧੀਆ ਵਿਊ ਦਿਖਾਈ ਦਿੰਦਾ ਹੈ ਬਾਹਰ ਦਾ ਪਲੀਜ਼ ਮੈਨੂੰ ਹਾਂਜੀ ਯੈਸ ਪਲੀਜ਼ ਆ ਜਾਓ ਹਾਂਜੀ ਸੋ ਕਮਲ ਜੀ ਜੋ ਚੀਜ਼ ਤੁਸੀਂ ਮੈਨੂੰ ਅੱਜ ਦਿਖਾਈ ਹੈ I think this is the number one property investment a person can do. ਇੱਕ ਫਲੋਰ ਲੈਣਾ ਹੈ 5 ਕਰੋੜ ਦਾ ਅੰਦਾਜ਼ਾ ਅਗਰ ਪੂਰੀ ਬਿਲਡਿੰਗ ਲੈਣੀ ਹੈ ਪੂਰੀ ਬਿਲਡਿੰਗ ਦੇ ਵਿੱਚ ਮੇਰੇ ਖਿਆਲ ਨਾਲ 6 ਫਲੋਰ ਹੈਗੇ 6 ਫਲੋਰ ਹੈਗੇ ਤੇ ਅਗਰ ਪੂਰੀ ਬਿਲਡਿੰਗ ਕੋਈ ਵਿਕ ਰਹੀ ਹੈ ਉਹਦਾ ਅੰਦਾਜ਼ਾ ਐਸਟੀਮੇਟ ਕੀ ਹੋਣਾ ਚਾਹੀਦਾ ਆਪਣੇ ਅਕੋਰਡਿੰਗ ਅਰਾਊਂਡ ਸਰ ਜਿਹੜੀ ਅੱਜ ਦੀ ਡੇਟ ਦੀ ਆਸਕਿੰਗ ਹੈ ਉਹ ਅਰਾਊਂਡ 27 28 ਦੀ ਆਸਕਿੰਗ ਹੈ For a ਡੀਲ ਜਿਹੜੀ big ਹੈਗੀ ਹੈ deal. ਹਾਂ for a bigger deal basically ਬਿਗਰ ਡੀਲ the prices will reduce ਯਾ ਡੈਫੀਨਿਟਲੀ ਸਰ ਤੇ ਅਰਾਊਂਡ ਤੁਸੀਂ ਕਹਿ ਸਕਦੇ ਹੋ ਕਿ ਜਿਵੇਂ 6 ਫਲੋਰ ਹੈ ਅਗਰ 5-6 का 30 ਲਗਾਈਏ ਤਾਂ 28 ਦੀ ਆਸਕਿੰਗ ਹੈ 26 27 ਦੇ ਵਿੱਚ ਗੱਲ ਬਣ ਜਾਏਗੀ okay ਐਂਡ ਦਾ ਰੈਂਟਲ ਰਿਟਰਨ ਜਿਹੜੀ ਹੈਗੀ ਉਹ ਮੈਂ ਤੁਹਾਨੂੰ ਦੱਸਿਆ ਹੀ ਹੈ ਈਵਨ ਸਰ ਜਿਹੜੇ ਐਜੂਕੇਸ਼ਨ ਦੇ ਤਕੜੇ ਬ੍ਰਾਂਡਸ ਆਏ ਨੇ ਅੱਜ ਕੱਲ ਬੜੇ ਮਤਲਬ ਕੀ ਹੈ ਤੁਲੰਦਰ ਤੁਸੀਂ ਬੋਲੋ ਤੁਲੰਦਰ ਕਹਿ ਸਕਦੇ ਹਾਂ ਉਹ ਪੂਰੀ ਦੀ ਪੂਰੀ ਬਿਲਡਿੰਗ ਰੈਂਟ ਤੇ ਮੰਗਦੇ ਆ ਤੇ ਅਰਾਊਂਡ ਉਹ 2 ਵੇ ਦੀ ਬਿਲਡਿੰਗ ਦਾ 18 ਲੱਖ ਰੁਪੀਸ ਪਲੱਸ GST ਇਹ ਮੰਥਲੀ ਰੈਂਟ ਪੇ ਕਰਦੇ ਨੇ that's great that is something amazing that is something which people should know ਬਿਲਕੁਲ while spending while investing ਕਿਉਂਕਿ ਉਹ ਤੁਲੰਦਰ ਹੈ ਸਰ ਉਹਨਾਂ ਕੋਲ ਕਲਾਸਿਸ ਬਹੁਤ ਜ਼ਿਆਦਾ ਨੇ ਹੁਣ ਹੁੰਦਾ ਕੀ ਹੈ ਇੱਕ ਫਲੋਰ ਇੱਕ ਕੋਲ ਹੈ ਇੱਕ ਫਲੋਰ ਕਿਤੇ ਹੋਰ ਹੈ ਇੱਕ ਫਲੋਰ ਤਾਂ ਸਟੂਡੈਂਟਸ ਨੂੰ ਬੜੀ ਦਿੱਕਤ ਆਉਂਦੀ ਹੈ ਐਂਡ ਦੇ ਵਾਂਟ ਅ ਸੇਮ ਬਿਲਡਿੰਗ ਕਿ ਗਰਾਊਂਡ ਬੇਸਮੈਂਟ
ਫਸਟ ਸੈਕਿੰਡ ਥਰਡ ਫੋਰਥ ਸਾਰੇ ਮੇਰੇ ਕੋਲ ਹਨ। ਤਾਂ ਇੱਕ ਬਿਗਨਰ ਇਨਵੈਸਟਰ ਤੋਂ ਜਿਹਦੇ ਕੋਲ 5 ਕਰੋੜ ਰੁਪਇਆ ਹੈਗਾ ਇਨਵੈਸਟਮੈਂਟ ਵਾਸਤੇ ਚੰਡੀਗੜ੍ਹ ਦੇ ਵਿੱਚ ਟੂ ਅ ਐਕਸਟ੍ਰੀਮ ਲੈਵਲ ਪਰਸਨ ਹਰ ਚੀਜ਼ ਇੱਥੇ ਅਵੇਲੇਬਲ ਹੈ। ਅਵੇਲੇਬਲ ਡੈਫੀਨਿਟਲੀ ਸਰ, ਹਰ ਚੀਜ਼ ਅਵੇਲੇਬਲ ਹੈ। ਬਾਕੀ ਕਮਰਸ਼ੀਅਲ ਤੁਸੀਂ ਦੇਖ ਹੀ ਲਿੱਤਾ, ਰੈਸਟ ਗ੍ਰੀਨਰੀ ਤੁਸੀਂ ਦੇਖ ਲਈ, ਵੈਦਰ ਤੁਸੀਂ ਦੇਖ ਲਿਆ, ਈਵਨ ਅੱਜ ਸੰਡੇ ਹੈ ਤਾਂ ਤੁਸੀਂ ਦੇਖ ਲਿਓ ਸੰਡੇ ਨੂੰ ਵੀ ਇਹ ਰਸ਼ ਹੈਗਾ। ਸੋ ਮਿਸਟਰ ਕਮਲ, ਥੈਂਕ ਯੂ ਫॉर ਬੀਇੰਗ ਔਨ ਆਰ ਸ਼ੋ ਐਂਡ ਬੜਾ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ, ਬੜਾ ਟਾਈਮ ਤੁਹਾਡੇ ਨਾਲ ਦਿੱਤਾ ਆਪਾਂ। ਸੇਮ ਹੇਅਰ ਹਰਪ੍ਰੀਤ ਜੀ, ਰੀਅਲੀ ਮਤਲਬ ਜਿਹੜੀ ਤੁਹਾਡੀ ਕੰਪਨੀ ਹੈ ਸਪੀਡੀ ਕਲਿਕਸ ਬਹੁਤ ਅੱਛਾ ਕੰਮ ਕਰ ਰਹੀ ਹੈ। ਮੈਂ ਅੱਜ ਤੱਕ ਕਿਸੇ ਨੂੰ ਇੰਨਾ ਵਧੀਆ ਕੰਮ ਕਰਦੇ ਨਹੀਂ ਦੇਖਿਆ ਹੈਗਾ। Thank you so much ਤੁਸੀਂ for ਮੈਨੂੰ this. ਅਪਰੋਚ ਕਰਿਆ, ਜਿੰਨੇ ਅੱਛੇ ਤਰੀਕੇ ਨਾਲ ਤੁਸੀਂ ਮੈਨੂੰ ਡਿਜੀਟਲ ਮਾਰਕੀਟਿੰਗ ਦਾ ਦੱਸਿਆ ਕਿ ਮੈਨੂੰ ਕਿਵੇਂ ਤੁਸੀਂ ਅੱਛੇ ਕਲਾਇੰਟ ਦੇ ਸਕਦੇ ਹੋ ਜਾਂ ਕਿਵੇਂ ਪ੍ਰੋਮੋਸ਼ਨ ਕਰੋਗੇ, ਜਿਹੜੇ ਵਧੀਆ ਢੰਗ ਨਾਲ ਤੁਸੀਂ ਮੈਨੂੰ ਦੱਸੇ ਨਾ, ਆਈ ਐਮ ਰੀਅਲੀ ਇੰਪ੍ਰੈਸਡ ਵਿਦ ਯੂ। ਥੈਂਕ ਯੂ ਸੋ ਮਚ ਸਰ। ਓਕੇ ਜੀ।